ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੇ ਹੋ। ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ 'ਚ ਇਕੱਤਰ ਹੋ ਕੇ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਦੀ ਚਰਨ ਧੂੜ ਪ੍ਰਾਪਤ ਕਰਕੇ ਤੀਸਰੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੇ ਹੋ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸੀਏ ਤਾਂ ਇਸ ਧਰਤੀ ਤੇ ਕੀਤੇ ਹੋਏ ਜਿਤਨੇ ਵੀ ਜੀਵਾਂ ਦੇ ਪਾਪ ਕਰਮ ਨੇ ਉਹ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਗੁਰੂ ਅਮਰਦਾਸ ਪਰਸੀਏ ਭੁਮ ਪਾਤਕ ਵਿਨਾਸੈ। ਭੁਮ ਕਹਿੰਦੇ ਆ ਧਰਤੀ ਨੂੰ। ਇਸ ਧਰਤੀ ਤੇ ਕੀਤੇ ਹੋਏ ਜੀਵਾਂ ਦੇ ਜਿਤਨੇ ਵੀ ਪਾਪ ਨੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਰਸ ਕੇ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸਣੇ ਨਾਲ ਸਿੱਧੀਆਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਗੁਰੂ ਅਮਰਦਾਸ ਪਰਸੀਆ ਸਿੱਧ ਸਾਧਕਾ ਸੱਸ ਹੈ। ਸਾਧਕ ਜਿਹੜੀ ਸਾਧਨਾ ਕਰਦੇ ਆ ਸਿੱਧ ਨੂੰ ਪ੍ਰਾਪਤ ਹੋਣ ਲਈ ਉਹ ਸਿੱਧ ਅਵਸਥਾ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਪਰਸ ਕੇ ਪ੍ਰਾਪਤ ਹੋ ਜਾਂਦੀ ਹੈ। ਫਿਰ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਹਿਰਦੇ 'ਚ ਧਾਰਨ ਕਰੀਏ ਤੇ ਆਵਾ ਗਾਉਣ ਦਾ ਚੱਕਰ ਮਿਟ ਜਾਂਦਾ ਹੈ। ਗੁਰੂ ਅਮਰਦਾਸ ਪਰਸੀਆ ਧਿਆਨ ਲਹੀਐ ਪਾਉ ਮੁੱਕੈ। ਪਾਉ ਦਾ ਮਤਲਬ ਹੁੰਦਾ ਪੰਧ ਪੈਂਡਾ, ਜਿਹੜਾ ਜਨਮ ਮਰਨ ਦਾ ਪੈਂਡਾ ਉਹ ਮੁੱਕ ਜਾਂਦਾ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ। ਗੁਰੂ ਅਮਰਦਾਸ ਪਰਸੀਆ ਅਪਾਉ ਲੱਭੈ ਗਾਉ ਚੁੱਕੈ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਰਸ ਕੇ ਅਭੈ ਪਦਵੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਔਰ ਆਵਾ ਗਾਉਣ ਦੇ ਚੱਕਰਾਂ ਤੋਂ ਸदैवी ਕਾਲ ਲਈ ਮੁਕਤ ਹੋ ਜਾਈਦਾ ਹੈ। ਜਾਲਪਾ ਪਦਾਰਥ ਤੜੇ ਗੁਰੂ ਅਮਰਦਾਸ ਡਿਠੈ ਮਿਲੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤਿਆਂ ਭੱਟ ਜਾਲਪ ਜੀ ਕਹਿੰਦੇ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਜੋ ਉਪਰੋਕਤ ਪੰਕਤੀਆਂ ਵਿੱਚ ਦੱਸਿਆ ਹੈ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਗੁਰੂ ਅਮਰਦਾਸ ਕੀ ਕਥ ਕਥਾ ਹੈ ਏਕ ਜਿਹੀ ਕਛ ਕਹੀ ਨਾ ਜਾਏ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਅਕਥ ਹੈ, ਕਥਨ ਤੋਂ ਪਰੇ ਹੈ। ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਅੱਜ ਦੇ ਦਿਨ ਬਾਸਰ ਕੇ ਗ੍ਰਾਮ ਵਿਖੇ ਬਾਬਾ ਤੇਜ ਭਾਨ ਦੇ ਗ੍ਰਹਿ ਵਿਖੇ ਹੋਇਆ। ਬਚਪਨ ਦੀ ਅਵਸਥਾ ਮਹਾਰਾਜ ਜੀ ਦੀ ਬਾਸਰ ਕੇ ਨਗਰ ਵਿੱਚ ਹੀ ਬਤੀਤ ਹੋਈ। ਬਿਰਧ ਅਵਸਥਾ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਹੀ ਰਹੇ। ਗੰਗਾ ਦੀ ਯਾਤਰਾ ਨੂੰ ਜਾਂਦੇ ਹਨ ਪਰ ਗੁਰੂ ਨਹੀਂ ਸੀ ਮਿਲਿਆ। ਇੱਕ ਸੰਨਿਆਸੀ ਦੇ ਕਹਿਣ ਤੇ ਮਨ ਨੂੰ ਚੋਟ ਲੱਗੀ। ਗੁਰੂ ਸਾਹਿਬ ਜੀ ਨੂੰ ਮਿਲਣ ਦੀ ਤੜਫ ਜਾਗੀ। ਬੀਬੀ ਅਮਰੋ ਦੇ ਮੁਖੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਖਡੂਰ ਸਾਹਿਬ ਆ ਕੇ 12 ਸਾਲ ਗੁਰੂ ਅੰਗਦ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤੀ। ਗਾਗਰ ਢੋਣ ਦੀ ਜਲ ਢੋਣ ਦੀ ਸੇਵਾ ਮਹਾਰਾਜ ਜੀ ਕਰਦੇ ਹਨ। ਪਾਣੀ ਦੀ ਸੇਵਾ ਸਮਾਪਤ ਹੁੰਦੀ ਤੇ ਗੁਰੂ ਕੇ ਲੰਗਰਾਂ ਵਿੱਚ ਪਲਟੇ ਦੀ ਸੇਵਾ ਕਰਨੀ। ਭੱਠੀ ਦੇ ਵਿੱਚ ਲੋਹ ਦੇ ਥੱਲੇ ਬਾਲਣ ਪਾਉਣ ਦੀ ਸੇਵਾ ਕਰਨੀ। ਲੰਗਰ ਵਰਤਾਉਣ ਦੀ ਸੇਵਾ ਕਰਨੀ। ਹਰ ਵੇਲੇ ਸੇਵਾ 'ਚ ਤਤਪਰ ਰਹਿੰਦੇ। ਸੇਵਾ ਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੇਵਾ ਦਾ ਸੰਕਲਪ ਆਪਣੇ ਗੁਰਸਿੱਖਾਂ ਨੂੰ ਸਮਝਾਇਆ ਕਿ ਸੇਵਾ ਇਉਂ ਕਰੀ ਦੀ ਹੈ ਹਸਤੀ ਸਿਰ ਜੋ ਅੰਕਸ ਹੈ ਅਹਰਣ ਜਿਉ ਸਿਰ ਦੇ। ਮਨ ਤਨ ਆਗਾ ਰਾਖ ਕੈ ਉਬੀ ਸੇਵ ਕਰੇ। ਆਪ ਸੇਵਾ ਕੀਤੀ ਤੇ ਸੁਖ ਮਾਣਿਆ। ਆਖਿਆ ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨਾ ਲੱਗਾ ਆਏ। ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਆਪਣੇ ਜੀਵਨ ਦਾ ਤਜਰਬਾ ਹੈ ਜੋ ਉਹਨਾਂ ਨੇ ਆਪਣੇ ਮੁਖਾਰ ਬਿੰਦ ਚੋਂ ਚਾਰਣ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ 12 ਵਰ੍ਹੇ ਸੇਵਾ ਕਰਦੇ ਰਹੇ। ਸੇਵਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਦੇ ਸਰੂਪ 'ਚ ਇੱਕ ਬਿਕ ਹੋ ਗਏ।
ਅਖੀਰਲੀ ਪ੍ਰੀਖਿਆ ਪੋਹ ਦੀਆਂ ਰਾਤਾਂ ਵਿੱਚ ਲਈ ਗਈ। ਜਦੋਂ ਜੁਲਾਹੇ ਦੇ ਘਰ ਖੱਡੀ ਨੂੰ ਠੁੱਡਾ ਲੱਗਦਿਆਂ ਸਾਹਿਬ ਜੀ ਡਿੱਗੇ ਤਾਂ ਜੁਲਾਹੀ ਨੇ ਆਖਿਆ ਕੌਣ ਹੈ? ਤਾਂ ਪਾਤਸ਼ਾਹ ਆਖਿਆ ਗੁਰੂ ਕਾ ਸਿੱਖ। ਜੁਲਾਹੇ ਨੇ ਆਖਿਆ ਇਸ ਵੇਲੇ ਕਿਹੜਾ ਸਿੱਖ ਹੋ ਸਕਦਾ, ਕੋਈ ਚੋਰ ਹੋਣਾ, ਰਾਤ ਦਾ ਵੇਲਾ ਹੈ। ਤੇ ਜੁਲਾਹੀ ਕਹਿੰਦੀ ਨਹੀਂ, ਮੈਂ ਜਾਣਦੀ ਹਾਂ ਸਤਿਗੁਰਾਂ ਦਾ ਅੱਧਾ ਨਾਂ ਲੈ ਕੇ, ਕਹਿੰਦੀ ਇੱਕੋ ਨਥਾਵਾ ਹੋਣਾ ਜਿਹਨੂੰ ਨਾ ਦਿਨੇ ਚੈਨ ਹੈ ਨਾ ਰਾਤ ਨੂੰ ਚੈਨ ਹੈ, ਔਰ ਕੁੜਮਾਂ ਦਾ ਪਾਣੀ ਢੋਂਦਾ ਹੈ, ਘਰਦਿਆਂ ਨੇ ਕੱਢਿਆ ਹੋਇਆ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਆਪਣੇ ਬਾਬਤ ਸੁਣਿਆ ਨਾ ਨਥਾਵਾਂ ਸ਼ਬਦ, ਤੇ ਕਹਿਣ ਲੱਗੇ ਕਮਲੀਏ ਹੁਣ ਮੈਂ ਨਥਾਵਾਂ ਨਹੀਂ ਰਿਹਾ, ਮੈਨੂੰ ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਥਾਂ ਮਿਲ ਗਈ ਹੈ। ਸਤਿ ਸ੍ਰੀ ਅਕਾਲ। ਇਹ ਸਾਰੀ ਖੇਡ ਗੁਰੂ ਅੰਗਦ ਸਾਹਿਬ ਜੀ ਵੇਖ ਰਹੇ ਨੇ, ਵੇਖਦੇ ਨੇ ਮੇਰੇ ਸੇਵਕ ਵਿੱਚ ਕੈਸੀ ਅਜਰ ਨੂੰ ਜਰਨ ਦੀ ਸ਼ਕਤੀ ਹੈ, ਕਿਵੇਂ ਕਿਸੇ ਦੇ ਕਬੂਲ ਨੂੰ ਵੀ ਸਹਾਰਨ ਦਾ ਸੰਜਮ ਹੈ। ਪਾਤਸ਼ਾਹ ਦੇ ਪਾਸ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਗਏ, ਘੁੱਟ ਕੇ ਗਲ ਬੱਕੜੀ 'ਚ ਲਿਆ, ਆਖਿਆ ਕੌਣ ਕਹਿੰਦਾ ਤੂੰ ਨਥਾਵ ਹੈ? ਅਹੋ ਨਥਾਵਨ ਕੋ ਤੁਮ ਥਾਮ, ਅਹੋ ਨਿਮਾਨਨ ਕੋ ਤੁਮ ਮਾਨ। ਤੁਸੀਂ ਅੱਜ ਤੋਂ ਬਾਅਦ ਨਿਥਾਵਿਆਂ ਦੀ ਥਾਂ ਹੋ, ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ ਹੋ, ਨਿਆਸਰਿਆਂ ਦੇ ਆਸਰੇ ਹੋ, ਨਿਗੱਤਿਆਂ ਦੀ ਗੱਤ ਹੋ, ਨਿਪੱਤਿਆਂ ਦੀ ਪੱਤ ਹੋ, ਨਿਧਰਿਆਂ ਦੀ ਧਿਰ ਹੋ, ਨਚੀਜਿਆਂ ਨੂੰ ਚੀਜ਼ ਕਰਨ ਵਾਲੇ ਨਪੀਰਿਆਂ ਦੇ ਪੀਰ ਹੋ, ਜਿਨ੍ਹਾਂ ਦੀ ਚਲੀ ਗਈ ਹੈ ਉਹਨਾਂ ਦੀ ਮੋੜ ਕੇ ਲਿਆਉਣ ਵਾਲੇ ਹੋ। ਗਈ ਬਹੋੜ ਬੰਦੀ ਛੋੜ, ਤੁਸੀਂ ਐਸੇ ਹੋ ਐਸੇ 12 ਵਰ ਦੇ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਵਰੋਸਾਇਆ। ਘੁੱਟ ਕੇ ਗਲ ਬੱਕੜੀ 'ਚ ਲਿਆ, ਇਸ਼ਨਾਨ ਪਾਨ ਗੁਰੂ ਅਮਰਦਾਸ ਸਾਹਿਬ ਜੀ ਦਾ ਕਰਵਾ ਕੇ ਆਪਣੀ ਜੋਤ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਵਿੱਚ ਵਿਦਵਾਨ ਕਰ ਦਿੱਤੀ। ਤਿੰਨ ਪਰਿਕਰਮਾ ਕਰਕੇ ਨਮਸਕਾਰ ਕੀਤੀ, ਆਖਿਆ ਸੰਗਤ ਜੀ ਅੱਜ ਤੋਂ ਬਾਅਦ ਮੇਰਾ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਨ, ਇਹਨਾਂ ਵਿੱਚ ਔਰ ਮੇਰੇ ਵਿੱਚ ਕਿਸੇ ਨੇ ਰੰਚਕ ਭਰ ਵੀ ਭੇਦ ਨਹੀਂ ਸਮਝਣਾ। ਗੁਰੂ ਅੰਗਦ ਸਾਹਿਬ ਪ੍ਰਤੀ ਇਤਨੀ ਭਗਤੀ ਭਾਵਨਾ ਗੁਰੂ ਅਮਰਦਾਸ ਸਾਹਿਬ ਦੇ ਅੰਦਰ ਖਾਲਸਾ ਜੀ ਜਦੋਂ ਗੋਇੰਦਵਾਲ ਸਾਹਿਬ ਵਾਪਸ ਜਾਂਦੇ ਸਨ ਖਡੂਰ ਸਾਹਿਬ ਤੋਂ, ਤੇ ਗੁਰੂ ਸਾਹਿਬ ਦੀ ਨਗਰੀ ਵੱਲ ਪਿੱਠ ਨਹੀਂ ਸੀ ਕਰਦੇ, ਪੁੱਠੇ ਪੈਰੀ ਤੁਰ ਕੇ ਜਾਣਾ। ਹਾਲਾਂਕਿ ਬਿਰਧ ਅਵਸਥਾ ਹੈ, ਉਸ ਅਵਸਥਾ 'ਚ ਸਿੱਧੇ ਪੈਰੀ ਚੱਲਣਾ ਔਖਾ ਹੈ, ਪਰ ਪ੍ਰੇਮ ਸਭ ਕੁਝ ਭੁਲਾ ਦਿੰਦਾ ਹੈ ਗੁਰੂ ਖਾਲਸਾ ਜੀ। ਜਿੱਥੇ ਪ੍ਰੇਮ ਦੀ ਖੇਡ ਹੋਵੇ, ਅੰਗ ਅੰਗ 'ਚ ਭਗਤੀ ਭਾਵਨਾ ਹੈ, ਪੁੱਠੇ ਪੈਰੀ ਟੁਰ ਕੇ ਜਾਂਦੇ। ਜਦੋਂ ਖਡੂਰ ਸਾਹਿਬ ਜਿੱਥੇ ਜਾ ਕੇ ਦਿਸਣੋਂ ਬੰਦ ਹੁੰਦਾ, ਉੱਥੇ ਅੱਜ ਕੱਲ ਦਮਦਮਾ ਸਾਹਿਬ ਅਸਥਾਨ ਹੈ, ਉੱਥੇ ਸਤਿਗੁਰਾਂ ਨੇ ਖਲੋ ਕੇ ਸੀਸ ਝੁਕਾ ਕੇ ਮੱਥਾ ਟੇਕਣਾ, ਫਿਰ ਸਿੱਧੇ ਪੈਰੀ ਚੱਲ ਕੇ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਜਾਣਾ। ਇੱਕ ਦਿਨ ਗੁਰੂ ਅੰਗਦ ਸਾਹਿਬ ਜੀ ਤਪਿਆਣੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਣ ਆਏ, ਦਰਸ਼ਨ ਦੇਣ ਆਏ। ਤਪਿਆਣਾ ਸਾਹਿਬ ਖਡੂਰ ਸਾਹਿਬ ਤੋਂ ਨੇੜੇ ਅਸਥਾਨ ਹੈ ਜਿੱਥੇ ਭਾਈ ਬਾਲਾ ਜੀ ਦੀ ਸਮਾਧੀ ਹੈ। ਉੱਥੇ ਜਦੋਂ ਗਏ ਤੇ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਨਾਲ ਟੁਰੇ ਜਾਂਦੇ ਹਨ, ਤੇ ਚਲਦਿਆਂ ਚਲਦਿਆਂ ਸੁਭਾਵਕ ਮਹਾਰਾਜ ਜੀ ਦੀ ਸੱਜੀ ਬਾਹ ਗੁਰੂ ਅੰਗਦ ਸਾਹਿਬ ਤੋਂ ਅੱਗੇ ਚਲੀ ਗਈ। ਵੇਖੋ ਅੰਗ ਅੰਗ 'ਚ ਭਗਤੀ, ਗੁਰੂ ਸਾਹਿਬ ਪ੍ਰਤੀ ਕੈਸਾ ਸਤਿਕਾਰ। ਮਨ 'ਚ ਸੋਚਿਆ ਮੇਰੀ ਇਸ ਬਾਹ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹਨਾਂ ਤੋਂ ਅੱਗੇ ਜਾਣ ਦਾ ਇਹਨੇ ਹੌਸਲਾ ਕੀਤਾ, ਚਿੱਤ ਕੀਤਾ ਵੀ ਇਹਨੂੰ ਵੱਢ ਕੇ ਸੁੱਟ ਦਿਆਂ। ਫਿਰ ਸੋਚਿਆ ਜੇ ਵੱਢ ਕੇ ਸੁੱਟਿਆ ਤੇ ਸਿੱਖ ਉਪਮਾ ਕਰਨਗੇ। ਉਸ ਦਿਨ ਤੋਂ ਬਾਹ ਨੂੰ ਮੁੜ ਕੇ ਛਾਤੀ ਨਾਲ ਲਾ ਲਿਆ, ਉਹਦੇ ਤੋਂ ਕੰਮ ਨਹੀਂ ਲਿਆ। ਜਿਸ ਬਾਹ ਨੇ ਮੇਰੇ ਗੁਰੂ ਦੀ ਬੇਅਦਬੀ ਕੀਤੀ ਹੈ, ਮੈਂ ਇਸ ਬਾਹ ਤੋਂ ਆਪਣੇ ਲਈ ਕੰਮ ਨਹੀਂ ਲੈਣਾ। 22 ਸਾਲ ਗੁਰਤਾ ਗੱਦੀ ਤੇ ਰਹੇ, ਆਪਣੀ ਉਸ ਬਾਹ ਤੋਂ ਕੰਮ ਨਹੀਂ ਲਿਆ। ਬਾਹ ਸੁੱਕ ਗਈ ਸੀ, ਉਹਨੂੰ ਹਮੇਸ਼ਾ ਛਾਤੀ ਨਾਲ ਲਾ ਕੇ ਰੱਖਣਾ। ਐਸੀ ਭਗਤੀ ਭਾਵਨਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਤੀ ਹੈ। ਗੁਰੂ ਖਾਲਸਾ ਜੀ ਨਿਮਰਤਾ ਇਤਨੀ, ਜਦੋਂ ਗੁਰਗੱਦੀ ਦੇ ਰੱਥ ਤੇ ਸਵਾਰ ਹੋ ਕੇ ਗੋਇੰਦਵਾਲ ਸਾਹਿਬ ਬੈਠੇ, ਇੱਕ ਚੁਗਲਖੋਰ ਨੇ ਜਾ ਕੇ ਬਾਬੇ ਦਾਤੂ ਨੂੰ ਚੁਗਲੀ ਕੀਤੀ। ਬਾਬੇ ਦਾਤੂ ਕੋਲ ਜਾ ਕੇ ਚੁਗਲੀ ਕਰਕੇ ਕਹਿੰਦਾ ਤੂੰ ਗੁਰੂ ਦਾ ਪੁੱਤਰ ਹੈ, ਤੇਰੇ ਕੋਲ ਕੋਈ ਨਹੀਂ ਆਉਂਦਾ ਮੱਥਾ ਟੇਕਣ, ਤੁਹਾਡੇ ਘਰ ਵਿੱਚ ਪਾਣੀ ਢੋਂਦਾ ਹੋਇਆ ਤੁਹਾਡੇ ਘਰ ਦਾ ਨੌਕਰ ਮਾਲਕ ਬਣ ਗਿਆ। ਅੱਜ ਉਹਦੇ ਦਰਬਾਰ ਵਿੱਚ ਸੈਂਕੜੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਚੁਗਲਖੋਰ ਦੀ ਇਹ ਚੁਗਲੀ ਸੁਣ ਕੇ ਬਾਬਾ ਦਾਤੂ ਜੀ ਰੋਹ ਵਿੱਚ ਆਏ, ਆਪਣੇ 5-7 ਨੌਕਰ ਚੇਲੇ ਨਾਲ ਲਏ, ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚੇ। ਜਦੋਂ ਦਰਬਾਰ ਵੇਖਿਆ, ਦੀਵਾਨ ਸਜਿਆ ਸਤਿਗੁਰਾਂ ਦਾ,
ਸੰਗਤਾਂ ਬੈਠੀਆਂ ਹੋਈਆਂ। ਬਾਬੇ ਦਾਤੂ ਕੋਲੋਂ ਵੇਖ ਕੇ ਬਰਦਾਸ਼ਤ ਨਹੀਂ ਹੋਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਨੇ ਆਪਣੇ ਆਸਣ ਤੇ ਆਪਣੇ ਧਿਆਨ ਵਿੱਚ। ਆ ਕੇ ਸਤਿਗੁਰਾਂ ਦੀ ਵੱਖੀ ਵਾਲੀ ਜਗ੍ਹਾ ਤੇ ਬਾਬੇ ਦਾਤੂ ਨੇ ਲੱਤ ਕੱਢ ਮਾਰੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਗੱਦੀ ਤੋਂ ਥੱਲੇ ਜ਼ਮੀਨ ਭੁੰਜਿਆਂ ਡਿੱਗ ਪਏ। ਡਿੱਗਦਿਆਂ ਸਾਰ ਬਾਬੇ ਦਾਤੂ ਦਾ ਚਰਨ ਪਕੜ ਕੇ ਚਰਨ ਨੂੰ ਝਸਦਿਆਂ ਹੋਇਆਂ ਕਹਿੰਦੇ, ਇੱਕ ਤੋਂ ਬਹਿ ਤੇ ਬਿਰਧ ਭਇਓ ਹੋ, ਦੁਤੀਆ ਸੇਵਾ ਕਰਤ ਰਹਿਓ ਹੋ। ਬਾਬਾ ਦਾਤੂ ਜੀ, ਇੱਕ ਤਾਂ ਉਮਰ ਵਡੇਰੀ, ਹੱਡ ਪੱਕੇ ਹੋ ਗਏ ਨੇ ਸਰੀਰ ਦੇ, ਦੂਜਾ ਸਰੀਰ ਨਾਲ ਕੰਮ ਬੜਾ ਕੀਤਾ ਹੈ, ਜਿਸ ਕਰਕੇ ਹੱਡੀਆਂ ਬੜੀਆਂ ਨਰੋਈਆਂ ਤੇ ਪੱਕੀਆਂ ਨੇ। ਬਾਬਾ ਜੀ, ਤੁਹਾਡਾ ਚਰਨ ਬੜਾ ਕੋਮਲ ਹੈ, ਕਿਤੇ ਨਾ ਹੱਡੀਆਂ ਵਿੱਚ ਵੱਜ ਕੇ ਇਹਦੇ 'ਚ ਪੀੜਾ ਤਾਂ ਨਹੀਂ ਹੋਈ? ਦੱਸੋ ਮੇਰੇ ਪ੍ਰਤੀ ਕੀ ਹੁਕਮ ਹੈ? ਬਾਬਾ ਦਾਤੂ ਜੀ ਕਹਿੰਦੇ, ਸਾਡਾ ਨਗਰ ਹੈ ਗੋਇੰਦਵਾਲ ਸਾਹਿਬ, ਇਹ ਛੱਡ ਕੇ ਚਲੇ ਜਾਓ। ਤੇ ਮਹਾਰਾਜ ਜੀ ਕਹਿੰਦੇ, ਸਤ ਵਚਨ ਬਾਬਾ ਜੀ, ਤੁਸੀਂ ਚੰਗਾ ਕੀਤਾ ਮੈਨੂੰ ਲੱਤ ਮਾਰ ਕੇ। ਮੈਂ ਹੰਕਾਰ 'ਚ ਬੈਠਾ ਸੀ, ਉੱਠ ਕੇ ਤੁਹਾਡਾ ਸਤਿਕਾਰ ਨਹੀਂ ਕੀਤਾ। ਤੁਸੀਂ ਗੁਰੂ ਪੁੱਤਰ ਉਹ ਦਰਬਾਰ 'ਚ ਆਏ ਸੀ। ਐਸੀ ਭਾਰੀ ਨਿਮਰਤਾ ਤੇ ਨਿਰਮਾਣਤਾ ਦੇ ਮਾਲਕ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਮਾਣ ਹੁੰਦਿਆਂ ਹੋਏ ਨਿਮਾਣੇ ਰਹਿਣਾ, ਤਾਣ ਹੁੰਦਿਆਂ ਹੋਇਆ ਨਿਤਾਣੇ ਰਹਿਣ ਦੀ ਖੇਡ। ਬਲਿਆਰ ਜਾਈਏ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਤੋਂ। ਰਾਤ ਦਾ ਸਮਾਂ ਹੈ, ਬਿਨਾਂ ਕਿਸੇ ਸਿੱਖ ਨੂੰ ਦੱਸਿਆ, ਪੈਰਾਂ 'ਚ ਜੋੜਾ ਨਹੀਂ ਪਾਇਆ, ਆਪਣਾ ਘਰ ਆਪਣੀ ਨਗਰੀ ਜਿਹੜੀ ਸਾਹਿਬ ਦੀ ਵਸਾਈ ਹੋਈ ਹੈ, ਸਭ ਕੁਝ ਛੱਡ ਕੇ ਕੇਵਲ ਤੇੜਕ ਕੱਪੜਿਆਂ ਦਾ ਚੋਲੇ ਦਾ ਵਸਤਰ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਛੱਡ ਕੇ ਚਲੇ ਗਏ। ਕੋਠੇ ਵਿੱਚ ਜਾ ਬੈਠੇ, ਕੋਠੇ ਨੂੰ ਤਾਲਾ ਮਾਰ ਕੇ ਬਾਹਰੋਂ ਮਰਵਾ ਕੇ ਤਾਲਾ ਉੱਤੇ ਲਿਖ ਦਿੱਤਾ, ਜਿਹੜਾ ਇਹ ਦਰਵਾਜ਼ਾ ਖੋਲ ਕੇ ਸਾਨੂੰ ਪ੍ਰਗਟ ਕਰੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਦੋਹਾਂ ਜਹਾਨਾਂ 'ਚ ਉਹਦਾ ਮੂੰਹ ਕਾਲਾ ਕਰਾਂਗੇ। ਗੁਪਤ ਹੋ ਕੇ ਬੈਠ ਗਏ। ਸੰਗਤ ਬੇਬਲ ਹੋ ਗਈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ। ਇਧਰ ਬਾਬੇ ਦਾਤੂ ਨੇ ਜਿੰਨਾ ਗੁਰੂ ਘਰ ਦਾ ਸਮਾਨ ਸੀ ਲੁੱਟ ਲਿਆ। ਗੱਡਿਆਂ ਤੇ ਲੱਦ ਕੇ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਜਾਣ ਲੱਗੇ। ਇੱਕ ਘੋੜੀ ਸੀ ਗੁਰੂ ਅਮਰਦਾਸ ਸਾਹਿਬ ਦੀ, ਉਹਦੇ ਤੇ ਸਵਾਰ ਹੋਣ ਲੱਗੇ, ਉਹਨੇ ਬਹਿਣ ਨਹੀਂ ਦਿੱਤਾ। ਉਹਨੇ ਲੱਤਾਂ ਚੁੱਕੀਆਂ, ਬਾਬੇ ਦਾਤੂ ਨੂੰ ਜੱਲੇ ਜ਼ਮੀਨ ਤੇ ਥੱਲੇ ਸੁੱਟ ਦਿੱਤਾ। ਔਰ ਬਾਬਾ ਦਾਤੂ ਜੀ ਉਹਨੂੰ ਉੱਥੇ ਛੱਡ ਕੇ ਬਾਕੀ ਸਾਰਾ ਰਾਗ ਸਾਜ ਲੈ ਕੇ ਗੁਰੂ ਘਰ ਦਾ ਖਡੂਰ ਸਾਹਿਬ ਨੂੰ ਜਾਣ ਲੱਗੇ ਤੇ ਰਸਤੇ 'ਚ ਧਾੜ ਵੀ ਪੈ ਗਏ। ਬਾਬੇ ਦਾਤੂ ਦਾ ਜਿੰਨਾ ਰਾਗ ਸਾਜ ਗੁਰੂ ਘਰ ਦਾ ਤਾਂ ਸੀਗਾ ਹੀ, ਜਿਹੜਾ ਇਹਨਾਂ ਦਾ ਆਪਣਾ ਸੀ ਉਹ ਵੀ ਖੋਹ ਕੇ ਲੈ ਗਏ। ਏਦਾਂ ਬੇਇੱਜ਼ਤ ਹੋ ਕੇ ਬਾਬਾ ਦਾਤੂ ਜੀ ਖਡੂਰ ਸਾਹਿਬ ਵਾਪਸ ਆ ਗਏ। ਪਰ ਮਨ 'ਚ ਪਛਤਾਵਾ ਹੋਇਆ ਕਿ ਮੈਂ ਚੰਗਾ ਨਹੀਂ ਕੀਤਾ। ਪੈਰ ਦੇ ਵਿੱਚ ਦਰਦ ਹੁੰਦੀ ਰਹੀ ਬਾਬੇ ਦਾਤੂ ਦੇ। ਖਾਲਸਾ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਗਏ ਨੇ ਨਾ ਖਡੂਰ ਸਾਹਿਬ, ਉਦੋਂ ਬਾਬੇ ਦਾਤੂ ਨੇ ਬੇਨਤੀ ਕੀਤੀ, ਮੇਰੇ ਕੋਲੋਂ ਬੇਅਦਬੀ ਹੋਈ ਸੀ ਗੁਰੂ ਅਮਰਦਾਸ ਸਾਹਿਬ ਦੀ, ਤੁਸੀਂ ਕਿਰਪਾ ਕਰਕੇ ਬਖਸ਼ ਲਓ, ਇਸ ਪੈਰ 'ਚ ਬੜੀ ਤਰਾਟ ਉੱਠਦੀ ਹੈ, ਜਾਨ ਨਿਕਲਦੀ ਹੈ। ਤੋ ਗੁਰੂ ਅਰਜਨ ਸਾਹਿਬ ਜੀ ਨੇ ਦਇਆ ਦ੍ਰਿਸ਼ਟੀ ਕੀਤੀ ਸੀ। ਗੁਰੂ ਖਾਲਸਾ ਜੀ, ਇਧਰ ਗੁਰੂ ਅਮਰਦਾਸ ਸਾਹਿਬ ਜੀ ਉਸ ਕਮਰੇ ਵਿੱਚ ਗੁਪਤ ਨੇ। ਸੰਗਤ ਬਾਬਾ ਬੁੱਢਾ ਸਾਹਿਬ ਜੀ ਕੋਲ ਗਈ। ਬਾਬਾ ਜੀ ਨੂੰ ਜਾ ਕੇ ਬੇਨਤੀ ਕੀਤੀ, ਬਾਬਾ ਜੀ, ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬਚਨ ਕਹੇ ਨੇ, ਬੁੱਢਿਆ ਤੇਰੀਆਂ ਅੱਖਾਂ ਤੋਂ ਓਲੇ ਨਾ ਹੋਸਾਂ। ਕਿੱਥੇ ਨੇ ਇਸ ਵੇਲੇ ਗੁਰੂ ਅਮਰਦਾਸ ਸਾਹਿਬ? ਤੁਸੀਂ ਕਿਰਪਾ ਕਰਕੇ ਦੱਸੋ। ਨਿਗਾਹ ਮਾਰ ਕੇ ਵੇਖ ਲਿਆ, ਬਾਬਾ ਜੀ ਤੂੰ ਹੁਣ ਕਿਹੜਾ ਕੁਝ ਲੁਕਿਆ ਛਿਪਿਆ ਸੀ? ਆਖਿਆ ਜੇ ਹੁਣ ਮੈਂ ਦੱਸਿਆ ਮੇਰੀ ਸੋਭਾ ਕਰਨਗੇ। ਵੇਖੋ ਗੁਰੂ ਕੇ ਸਿੱਖ ਆਪਣੀ ਵਡਿਆਈ ਕਿਵੇਂ ਛੁਪਦੇ ਹਨ। ਆਖਿਆ ਗੁਰੂ ਸਾਹਿਬ ਦੀ ਘੋੜੀ ਹੈ ਇੱਥੇ, ਉਹਨੂੰ ਵੀ ਆਤਮ ਗਿਆਨ ਹੈ, ਮਹਾਰਾਜ ਜੀ ਉਹਦੇ ਤੇ ਸਵਾਰੀ ਕਰਦੇ ਐ, ਉਹਨੂੰ ਅੱਗੇ ਲਾਓ, ਜਿੱਥੇ ਜਾਏਗੀ ਟੁਰ ਕੇ ਉੱਥੇ ਪਿੱਛੇ ਪਿੱਛੇ ਚੱਲੋ। ਕਹਿੰਦੇ ਉਹ ਘੋੜੀ ਚੱਲ ਕੇ ਗਈ। ਉਸੇ ਕੋਠੇ ਦੀ ਆ ਕੇ ਉਹਨੇ ਪਰਿਕਰਮਾ ਕੀਤੀ ਤੇ ਖਲੋ ਗਈ। ਜਦੋਂ ਦਰਵਾਜ਼ੇ ਵੇਖਿਆ, ਦਰਵਾਜ਼ੇ ਤੇ ਲਿਖਿਆ ਸੀ, ਜਿਹੜਾ ਇਹ ਦਰਵਾਜ਼ਾ ਖੋਲ ਕੇ ਪ੍ਰਗਟ ਕਰੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਦੋਹਾਂ ਜਹਾਨਾਂ 'ਚ ਉਹਦਾ ਮੂੰਹ ਕਾਲਾ ਕਰਾਂਗੇ। ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਬਚਨ ਬੜਾ ਕਰੜਾ ਸੀ। ਵੇਖ ਕੇ ਸਿੱਖ ਦੁਚਿੱਤੀ 'ਚ ਪੈ ਗਏ, ਕਿਵੇਂ ਖੋਲਾਂਗੇ ਦਰਵਾਜ਼ਾ? ਬਾਬਾ ਜੀ ਤੁਸੀਂ ਜੁਗਤੀ ਦੱਸੋ। ਮਹਾਂਪੁਰਸ਼ਾਂ ਮਹਾਤਮਾਵਾਂ ਕੋਲ ਜੁਗਤੀਆਂ ਮੁਕਤੀਆਂ ਹੁੰਦੀਆਂ ਹਨ। ਆਖਿਆ ਸੰਗਤ ਜੀ, ਗੁਰੂ ਸਾਹਿਬ ਨੇ ਦਰਵਾਜ਼ਾ ਖੋਲਣ ਨੂੰ ਕਿਹਾ, ਆਪਾਂ ਦਰਵਾਜ਼ਾ ਖੋਲਦੇ ਹੀ ਨਹੀਂ। ਸੱਬਲ ਲਈ ਪਿਛਲੇ ਪਾਸੇ ਜਾ ਕੇ ਕਮਰੇ ਦੇ ਸੰਨ ਲਾਈ। ਸੰਨ ਲਾ ਕੇ ਸਤਿਗੁਰੂ ਜੀ ਅੰਦਰ ਗਏ, ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਆਖਿਆ, ਬਾਬਾ ਬੁੱਢਾ ਜੀ ਤੁਸੀਂ ਸਾਡਾ ਬਚਨ ਨਹੀਂ ਮੰਨਿਆ। ਮਹਾਰਾਜ ਜੀ ਮੇਰੀ ਕੀ ਮਜਾਲ, ਮੈਂ ਤੁਹਾਡਾ ਬਚਨ ਨਾ ਮੰਨਦਾ, ਮੈਂ ਦਰਵਾਜ਼ਾ ਨਹੀਂ ਖੋਲਿਆ। ਆ ਸੰਨ ਲਾ ਕੇ ਪਿਛਲੇ ਪਾਸਿਓਂ ਆਇਆ।
महाराज जी हसदियां कहन लगे जिहड़ी सन बाबा जी तुसीं बना दित्ती है ਇਹਦੇ ਝੋੜ ਜਿਹੜਾ ਲੱਗੇਗਾ ਜਨਮ ਮਰਨ ਦੇ ਗੇੜਾਂ 'ਚ ਨਹੀਂ ਪਵੇਗਾ ਭਾਵਨਾ ਸਹਿਤ ਅਦਬ ਸਹਿਤ। ਉੱਥੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਸਨ ਸਾਹਿਬ, ਸੰਗਤਾਂ ਦਰਸ਼ਨ ਕਰਦੀਆਂ। ਤੋ ਗਰੀਬ ਨਵਾਜ ਸਤਿਗੁਰੂ ਜੀ ਨੂੰ ਨਾਲ ਲੈ ਕੇ ਵਾਪਸ ਸੰਗਤ ਗੋਇੰਦਵਾਲ ਸਾਹਿਬ ਆਈ। ਐਸੀ ਅਤ ਨਿਮਰਤਾ ਤੇ ਤਿਆਗ ਦੀ ਮਹਾਨ ਮੂਰਤ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਕਹਿੰਦੇ ਬੱਦਲ ਦੀਆਂ ਬੂੰਦਾਂ ਨਹੀਂ ਗਿਣੀਆਂ ਜਾਂਦੀਆਂ, ਜਿੰਨਾ ਮੀਂਹ ਪੈਂਦਾ ਕਦੇ ਬੂੰਦਾਂ ਗਿਣੀਆਂ ਜਾਂਦੀਆਂ ਨਹੀਂ, ਗਿਣ ਹੁੰਦੀਆਂ ਨਾ। ਜਦੋਂ ਆ ਧਰਤੀ ਦੀ ਰੋਮਾਵਲੀ ਵੇਖੀਏ, ਦਰਖਤਾਂ ਦੇ ਪੱਤੇ ਤੱਕ ਆਦਿ ਇਹਨਾਂ ਨੂੰ ਗਿਣਨਾ ਚਾਹੀਏ, ਅਸੀਂ ਸਾਰਿਆਂ ਨੂੰ ਗਿਣ ਸਕਦੇ ਹਾਂ? ਨਹੀਂ ਗਿਣ ਸਕਦੇ। ਬਸੰਤ ਦੇ ਮਹੀਨੇ 'ਚ ਜਿੰਨੇ ਕੁਸਮ ਫੁੱਲ ਖਿੜੇ ਹੁੰਦੇ ਆ ਉਹ ਆਪਾਂ ਨਹੀਂ ਗਿਣ ਸਕਦੇ। ਕੁਸਮ ਬਸੰਤ ਗਨੰਤ ਨਾ ਆਵੇ। ਰਬ ਸਸ ਕਿਰਨ, ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਨਹੀਂ ਗਿਣ ਹੁੰਦੀਆਂ। ਰਬ ਸਸ ਕਿਰਨ ਉਦਰ ਸਾਗਰ ਕੋ, ਸਮੁੰਦਰ ਦਾ ਪੇਟ ਨਹੀਂ ਮਾਪਿਆ ਜਾ ਸਕਦਾ ਕਿੱਡਾ ਵੱਡਾ ਹੈ। ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਗੰਗਾ ਦੀਆਂ ਤਰੰਗਾਂ ਨਹੀਂ ਗਿਣੀਆਂ ਜਾਂਦੀਆਂ। ਪਰ ਚਲੋ ਮੰਨ ਲਓ ਵੀ ਜੇ ਕੋਈ ਆਖੇ ਵੀ ਅਸੀਂ ਅੰਤ ਪਾ ਲਿਆ, ਗਿਣ ਲਿਆ, ਅਸੀਂ ਧਰਤੀ ਦੇ ਉੱਤੇ ਜਿੰਨੀ ਬਨਸਪਤੀ ਆ ਗਿਣ ਲਈ ਹੈ, ਫੁੱਲ ਗਿਣ ਲਏ ਨੇ, ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਵੀ ਗਿਣ ਲਈਆਂ ਨੇ। ਕਹਿੰਦੇ ਉਹ ਤਾਂ ਗਿਣੀਆਂ ਜਾ ਸਕਦੀਆਂ ਹਨ, ਉਹ ਗਿਣ ਲਈਆਂ ਹੋਣਗੀਆਂ ਭਾਵੇਂ ਕੋਈ ਅੰਤ ਪਾ ਲਵੇ, ਜੇ ਕਿਸੇ ਕੋਲੋਂ ਪਾਇਆ ਜਾਂਦਾ ਹੈ। ਅੰਤ ਕੋ ਪਾਵੇ, ਕੋਈ ਪਾ ਲਵੇ ਅੰਤ। ਰੁਦਰ ਧਿਆਨ, ਸ਼ਿਵ ਜੀ ਦਾ ਧਿਆਨ ਕਿੰਨਾ ਲੰਮੇ ਸਮੇਂ ਤੱਕ ਹੋਵੇਗਾ। ਗਿਆਨ ਸਤਿਗੁਰ ਕੇ ਕਵ ਜਨ ਭਲ ਉਹਨੇ ਜੋ ਗਾਵੇ। ਵੱਡੇ ਵੱਡੇ ਗੁਰੂ ਹੁੰਦੇ ਆ ਸੰਸਾਰ 'ਚ, ਉਹਨਾਂ ਨੂੰ ਗਿਆਨ ਹੁੰਦਾ ਹੈ, ਉਹਨਾਂ ਕੋਲ ਜਿੰਨਾ ਗਿਆਨ ਹੁੰਦਾ ਭਾਵੇਂ ਉਹਨਾਂ ਦੇ ਗਿਆਨ ਦਾ ਵੀ ਕੋਈ ਅੰਤ ਪਾ ਲਵੇ। ਪਰ ਹੇ ਗੁਰੂ ਅਮਰਦਾਸ ਸਾਹਿਬ ਭੱਲੇ ਸਾਹਿਬਜ਼ਾਦੇ, ਜਿਤਨੇ ਤੁਹਾਡੇ ਗੁਣ ਨੇ ਉਹ ਗੁਣ ਨਹੀਂ ਗਿਣੇ ਜਾ ਸਕਦੇ। ਇਸ ਕਰਕੇ ਕਹਿਣਾ ਪੈਂਦਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਮਹਾਰਾਜ ਜੀ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਭੱਲੇ ਅਮਰਦਾਸ ਗੁਣ ਤੇਰੇ, 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 ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੇ, 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 ਤੇਰੀ ਉਪਮਾ ਤੋਹਿ ਬਨ ਆਵੇ। ਧੰਨ ਗੁਰੂ ਅਮਰਦਾਸ ਸਾਹਿਬ 22 ਮੰਜੀਆਂ ਮਹਾਰਾਜ ਜੀ ਨੇ ਪ੍ਰਚਾਰਕਾਂ ਦੀਆਂ ਨਿਯੁਕਤ ਕੀਤੀਆਂ। ਸਤੀ ਪ੍ਰਥਾ, ਪਰਦਾ ਪ੍ਰਥਾ, ਧਾਰਮਿਕ ਸਥਾਨਾਂ ਤੇ ਉਸ ਵੇਲੇ ਦੀ ਸਰਕਾਰ ਵੱਲੋਂ ਲਾਏ ਗਏ ਜਜੀਏ ਦਾ ਖੰਡਨ ਗੁਰੂ ਅਮਰਦਾਸ ਸਾਹਿਬ ਨੇ ਕੀਤਾ। ਐਸੀਆਂ ਬੇਅੰਤ ਬਖਸ਼ਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਐਸੇ ਦਿਆਲੂ, ਜੇ ਕਿਤੇ ਆਪਣੇ ਨਗਰ ਵਿੱਚ ਇੱਕ ਵਿਧਵਾ ਦੇ ਪੁੱਤਰ ਦੀ ਮੌਤ ਵੇਖਦੇ ਆ ਤੇ ਧਰਮ ਰਾਜੇ ਨੂੰ ਕਹਿੰਦੇ ਸਾਵਧਾਨ, ਜਦੋਂ ਤੱਕ ਇੱਥੇ ਆ ਤੇਰੇ ਦੂਤ ਸਾਡੇ ਨਗਰੀ ਵਿੱਚ ਨਹੀਂ ਫਰਕਣੇ ਚਾਹੀਦੇ। ਐਸੇ ਪਰਮ ਦਿਆਲੂ ਕਿਰਪਾਲੂ ਤਈਏ ਨੂੰ ਬੰਨ ਲੈਂਦੇ ਹਨ। ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੇ ਡੱਲੇ ਪਿੰਡ ਜਾਂਦੇ ਨੇ ਤਾਂ ਉਸ ਪਿੰਡ 'ਚ ਚਰਨ ਪਾ ਕੇ ਇੱਕ ਨਹੀਂ ਦੋ ਨਹੀਂ 72 ਬ੍ਰਹਮ ਗਿਆਨੀ ਪੈਦਾ ਕਰ ਦਿੰਦੇ ਹਨ। ਇੱਕ ਬ੍ਰਹਮ ਗਿਆਨੀ ਪੂਰੇ ਦੇਸ਼ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਕਿੱਡੇ ਵੱਡੇ ਦਿਆਲੂ ਹੋਣਗੇ ਜਿਨ੍ਹਾਂ ਦੀ ਸੰਗਤ ਕਰਕੇ ਇੱਕ ਪਿੰਡ 'ਚ 72 ਬ੍ਰਹਮ ਗਿਆਨੀ ਪੈਦਾ ਹੋ ਗਏ। ਗੋਇੰਦਵਾਲ ਸਾਹਿਬ ਵਿਖੇ ਵਿਸਾਖੀ ਦੇ ਜੋੜ ਮੇਲੇ ਦੀ ਆਰੰਭਤਾ ਗੁਰੂ ਅਮਰਦਾਸ ਸਾਹਿਬ ਨੇ ਕੀਤੀ। ਬੌਲੀ ਸਾਹਿਬ ਦੀ ਰਚਨਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਕੀਤੀ। 84 ਪੌੜੀਆਂ ਬਣਾ ਕੇ ਹੁਕਮ ਫਰਮਾਇਆ, ਜਿਹੜਾ 84 ਪੌੜੀਆਂ ਤੇ ਬਹਿ ਕੇ 84 ਇਸ਼ਨਾਨ ਕਰਕੇ 84 ਪਾਠ ਜਪਜੀ ਸਾਹਿਬ ਦੇ ਕਰੇਗਾ 84 ਤੋਂ ਮੁਕਤ ਹੋ ਜਾਵੇਗਾ। ਇਹ ਸਿੱਖਾਂ ਦੀ ਭਾਵਨਾ ਹੈ।
ਸਤਿ ਸ੍ਰੀ ਅਕਾਲ। ਭਾਵਨਾ ਨੂੰ ਤੁਸੀਂ ਕਿਸੇ ਤਰਕ ਦੇ ਨਾਲ ਨਹੀਂ ਮਾਪ ਸਕਦੇ। ਜਿੱਥੇ ਭਾਵਨਾ ਉੱਥੇ ਤਰਕ ਕੰਮ ਨਹੀਂ ਕਰੇਗਾ, ਜਿੱਥੇ ਤਰਕ ਹੈ ਉੱਥੇ ਭਾਵਨਾ ਨਹੀਂ ਹੈ। ਭਾਵਨਾ ਵਾਲਿਆਂ ਦੇ ਬੇੜੇ ਬੰਨੇ ਲੱਗਦੇ ਆ ਗੁਰੂ ਖਾਲਸਾ ਜੀ। ਅੱਜ ਦਾ ਸਮਾਂ ਅੱਜ ਕੱਲੀ ਕੱਲੀ ਗੱਲ ਤੇ ਤਰਕ ਹੈ, ਸਮਝਣ ਤੋਂ ਬਿਨਾਂ ਹੀ, ਨਿਰਬੋਲ ਹੀ, ਬਿਨਾਂ ਗੱਲਾਂ ਤੋਂ। ਕਈ ਕਹਿੰਦੇ ਜੀ ਅਸੀਂ ਇਹ ਗੱਲ ਹੀ ਪਹਿਲੀ ਵਾਰੀ ਸੁਣੀ ਹੈ। ਜੇ ਤੂੰ ਪਹਿਲੀ ਵਾਰੀ ਸੁਣੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੂੰ ਜੰਮਿਆ ਪਹਿਲੀ ਵਾਰ ਹੈ ਸੰਸਾਰ ਵਿੱਚ ਤੇ ਤੇਰੇ ਤੋਂ ਪਹਿਲਾਂ ਕਦੇ ਬੰਦੇ ਜੰਮੇ ਹੀ ਨਾ ਹੋਣਗੇ। ਇਦਾਂ ਦੇ ਬੜੇ ਅੱਜ ਕੱਲ ਦੇ ਵਰਤਾਰੇ ਵਰਤਦੇ ਹਨ। ਨਿਰਮੂਲ ਹੀ ਬਿਨਾਂ ਗੱਲਾਂ ਤੋਂ ਸ਼ੰਕੇ ਕਰਨੇ, ਕਿੰਤੂ ਪਰੰਤੂ ਕਰਨੇ, ਇਹ ਖਾਲਸਾ ਜੀ ਯੋਗ ਨਹੀਂ। ਗੁਰ ਸਿੱਖ ਨੂੰ ਸੋਭਦਾ ਭਾਵਨਾ ਨਾਲ ਆਪਣੇ ਗੁਰੂ ਦੀ ਪ੍ਰੇਮਾ ਭਗਤੀ ਕਰਨੀ। ਜਿੱਥੇ ਪ੍ਰੇਮਾ ਭਗਤੀ ਹੈ ਉੱਥੇ ਤਰਕ ਨਹੀਂ। ਕੈਸੀ ਪ੍ਰੇਮਾ ਭਗਤੀ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਸਿਖਾਈ ਹੈ। ਇਹੋ ਜੀ ਦਇਆ, ਇਹੋ ਜੀ ਕਿਰਪਾ ਤੇ ਤਰਸ ਦੇ ਘਰ ਵਿੱਚ ਆਉਂਦੇ ਪੰਡਿਤ ਦੁਰਗੇ ਤੇ ਦਇਆ ਕਰਦੇ। ਤਰਸ ਦੇ ਘਰ ਵਿੱਚ ਆਉਂਦੇ ਤੇ ਗੰਗਾ ਜਦੋਂ ਪਹੁੰਚਦੇ ਨੇ ਨਾ, ਤੇ ਗੰਗਾ ਵੀ ਮਹਾਰਾਜ ਜੀ ਦੇ ਪਹਿਲਾਂ ਵੀ 21 ਵਾਰੀ ਗਏ ਨੇ। ਉਦੋਂ ਆਪ ਗੰਗਾ 'ਚ ਇਸ਼ਨਾਨ ਕਰਦੇ ਸਨ। 22ਵੀਂ ਵਾਰੀ ਗੰਗਾ ਆਪ ਕਹਿੰਦੀ ਆ ਮਹਾਰਾਜ ਮੇਰੇ 'ਚ ਆ ਕੇ ਚਰਨ ਪਾਓ ਤੇ ਮੈਂ ਪਵਿੱਤਰ ਹੋ ਜਾਵਾਂ, ਕਿਉਂਕਿ ਹੁਣ ਅੰਦਰ ਗੁਰੂ ਜੋਤ ਹੈ ਗੁਰੂ ਨਾਨਕ ਸਾਹਿਬ ਦੀ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਦਾ ਪਾਵਨ ਪ੍ਰਕਾਸ਼ ਗੁਰਪੁਰਬ, ਜੋ ਹਰ ਸਾਲ ਗੁਰੂ ਅਮਰਦਾਸ ਸਾਹਿਬ ਸੇਵਾ ਸੁਸਾਇਟੀ ਚੈਰੀਟੇਬਲ ਟਰਸਟ ਵੱਲੋਂ ਮਹਾਰਾਜ 9ਵੇਂ ਪਾਤਸ਼ਾਹ ਦੇ ਸਥਾਨ ਤੇ ਇਕੱਤਰ ਹੋ ਕੇ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਇਹ ਦੀਵਾਨ ਰਾਤ ਦੇ 10 ਵਜੇ ਤੱਕ ਸਜਣੇ ਨੇ। ਆਪ ਜੀ ਨੇ ਸ਼ਮੂਲੀਅਤ ਕਰਨੀ, ਗੁਰੂ ਜਸ ਸਰਵਣ ਕਰਨਾ। ਸਾਰੀਆਂ ਸੰਗਤਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸਤਿ ਸ੍ਰੀ ਅਕਾਲ। ਪੰਡਿਤ ਦੁਰਗੇ ਨੇ ਆਖਿਆ ਸੀ ਮਹਾਰਾਜ ਨਾਮ ਦਹਿ ਧਨ ਦਹਿ ਨ ਜਨ ਕੋ, ਧਨ ਬਹੀਨ ਜਨ ਜਗ ਨ ਸੁਹੈ। ਜੇ ਧਨ ਦਹਿ ਨਾਮ ਨ ਦਹਿ, ਨਾਮ ਬਿਨਾ ਜਨ ਜਮਪੁਰ ਜੈ। ਇਹ ਗੁਰੂ ਅਮਰਦਾਸ ਸਾਹਿਬ ਦਿਆਲੂ ਕਿਰਪਾਲੂ ਮਿਹਰਬਾਨ ਸਾਈਂ, ਜੇ ਧਨ ਦਿੱਤਾ ਨਾਮ ਨਾ ਦਿੱਤਾ ਤੇ ਨਾਮ ਬਿਨਾ ਜਮਪੁਰੀ ਜਾਵਾਂਗਾ। ਜੇ ਨਾਮ ਦਿੱਤਾ ਧਨ ਨਾ ਦਿੱਤਾ ਤੇ ਧਨ ਬਿਨਾ ਜਗ 'ਚ ਸ਼ੋਭਨੀਕ ਨਹੀਂ ਹੋਵਾਂਗਾ। ਨਿਰਧਨ ਨੂੰ ਕੋਈ ਆਦਰ ਨਹੀਂ ਦਿੰਦਾ। ਅਮਰਦਾਸ ਤੇ ਜੋ ਕੇ ਨੰਦਨ ਹੈ, ਤੇਜ ਭਾਨ ਦੇ ਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰੋ, ਦੋਵੇਂ ਦਾਨ ਦੇ ਕੇ ਸਾਨੂੰ ਨਿਵਾਜੋ। ਐਸੇ ਪਰਮ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਿਓ, ਸਾਡੀਆਂ ਹਾਜ਼ਰੀਆਂ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਚਰਨਾਂ 'ਚ ਲਾ ਲਿਓ। ਆਓ ਲੜੀਵਾਰ ਇਤਿਹਾਸ ਦੀ ਕਥਾ, ਗੁਰੂ ਨਾਨਕ ਸਾਹਿਬ ਦੀ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕੁਝ ਸਮੇਂ ਲਈ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜੀਏ। ਸਤਿਗੁਰੂ ਜੀ 7 ਦੀਪਾਂ ਦੀ ਸੈਰ ਕਰ ਰਹੇ ਹਨ। ਸ਼ਾਲਮਲੀ ਦੀਪ ਤੇ ਔਰ ਇਸੇ ਤਰ੍ਹਾਂ ਸਾਗ ਦੀਪ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਤ दूध की नदी, वो मिसरी के गिरपुर। ਜਿਹੜੇ ਦੀਪ ਤੇ ਸਤਿਗੁਰੂ ਜੀ ਆਏ, ਕਹਿੰਦੇ ਦੁੱਧ ਦੀਆਂ ਨਦੀਆਂ ਵਗਦੀਆਂ ਇੱਥੇ, ਇਤਨਾ ਦੁੱਧ ਹੈ। ਔਰ ਮਿਸ਼ਰੀ ਦੇ ਪਹਾੜ ਨਜ਼ਰ ਆਉਂਦੇ ਹਨ, ਸ਼ੱਕਰ ਦੇ ਪਹਾੜ ਨਜ਼ਰ ਆਉਂਦੇ ਹਨ, ਇਤਨੀ ਸ਼ੱਕਰ ਹੈ। ਜੈ ਸੁੰਦਰ ਨਾਰੀ ਅਧਿਕ, ਜਿਉ ਅਪਸਰਾ ਤਨ ਰੂਰ। ਔਰ ਇੱਥੋਂ ਦੇ ਰਹਿਣ ਵਾਲੇ ਨਰ ਨਾਰੀਆਂ ਬੜੇ ਸੁੰਦਰ ਹਨ। ਇਉਂ ਜਾਪਦਾ ਜਿਵੇਂ ਦੇਵਪੁਰੀ ਦੀਆਂ ਪਛਰਾਵਾਂ ਤੇ ਦੇਵਤੇ ਹੋਣ, ਐਸੇ ਸੁੰਦਰ ਸਰੂਪ ਹਨ। ਕਿਉ ਪਈ ਜਿਸ ਪੁਰ ਮੈਂ ਹੋ ਤੋ ਅਵਨੀਪਾ। ਸਤਿਗੁਰੂ ਜੀ ਇਸ ਦੀਪ ਤੇ ਆਏ ਨੇ। ਇਸ ਦੀਪ ਦਾ ਨਾਮ ਸ਼ਾਖ ਦੀਪ ਹੈ।
ਜਿਸ ਦੀਪ ਦੇ ਵਿੱਚ ਨਗਰ ਦਾ ਰਾਜਾ ਰਹਿੰਦਾ ਸੀ ਉਸ ਨਗਰ ਵਿੱਚ ਆਏ ਹਨ। ਬੈਠੇ ਤੈਂ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਜੀ ਆਣ ਕੇ ਬੈਠੇ ਨੇ ਮੱਤ ਦੇਣ ਲਈ ਇਹਨਾਂ ਨੂੰ। ਨਾਮ ਦੀਪ ਕੋ ਸਾਖ ਬਤਾਇਓ। ਇਸ ਦੀਪ ਦਾ ਨਾਮ ਸ਼ਾਖ ਦੀਪ ਕਿਹਾ ਜਾਂਦਾ ਹੈ। ਭੋਗੇ ਸੁਖ ਵਿਸਾਲ ਮਨ ਪਾਇਓ। ਇੱਥੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਮਨ ਭਾਉਂਦੇ ਸੁਖ ਭੋਗਦੇ ਹਨ। ਗੁਰ ਅਵਲੋਕੇ ਜਬ ਨਰ ਨਾਰੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਇੱਥੋਂ ਦੇ ਨਰ ਨਾਰੀਆਂ ਨੇ ਕੀਤੇ, ਕਲਾਵਾਨ ਜਾਣੇ ਤਬ ਪਾਰੀ। ਉਹਨਾਂ ਜਾਣਿਆ ਕਿ ਸਤਿਗੁਰੂ ਜੀ ਕਲਾਵਾਨ ਪੁਰਖ ਨੇ, ਕੋਈ ਮਹਾਤਮਾ ਨੇ ਜਿਹੜੇ ਇਤਨੀ ਦੂਰੋਂ ਸਾਡੇ ਦੇਸ਼ ਵਿੱਚ ਚੱਲ ਕੇ ਆਏ ਹਨ। ਆਨ ਉਪਾਇਨ ਧਰੇ ਅਗਾਰੀ। ਉਹ ਨਰ ਨਾਰੀਆਂ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ ਹਨ। ਬੰਦੇ ਚਰਨ ਕਮਲ ਸੁਖਕਾਰੀ। ਮਹਾਰਾਜ ਜੀ ਦੇ ਸੁਖ ਦੇਣ ਵਾਲੇ ਸੋਹਣੇ ਚਰਨਾਂ ਕਮਲਾਂ ਤੇ ਆ ਕੇ ਬੰਦਨਾ ਕਰਦੇ। ਐਸੇ ਚਰਨ ਨੇ ਗੁਰਦੇਵ ਦੇ ਜਿਹੜੇ ਯੋਗੀਆਂ ਨੂੰ ਵੀ ਦੁਰਲਭ ਹਨ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੇ। ਐਸੇ ਸੋਹਣਿਆਂ ਚਰਨਾਂ ਦੇ ਉੱਤੇ ਆ ਕੇ ਨਮਸਕਾਰਾਂ ਕਰਦੇ ਹਨ। ਬਚਨ ਸੁਨਨ ਕੀ ਲਾਲਸ ਕਰਕੇ। ਸਤਿਗੁਰੂ ਜੀ ਦੇ ਬਚਨ ਸੁਣਨ ਦੀ ਲਾਲਸਾ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਬੈਠੇ ਨਿਕਟ ਪਾਉ ਉਰ ਧਰ ਕੇ। ਬੜਾ ਭਾਰੀ ਪ੍ਰੇਮ ਤੇ ਭਾਵਨਾ ਹਿਰਦੇ 'ਚ ਧਾਰਨ ਕਰਕੇ ਗੁਰੂ ਪਾਤਸ਼ਾਹ ਪਾਸ ਬੈਠਦੇ ਨੇ। 300 ਬੋਲੇ ਗਿਰਾ ਗੁਸਾਈ। ਜਗਤ ਦੇ ਮਾਲਕ ਸੁਆਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਨਾਂ ਨੂੰ ਵੇਖ ਕੇ ਬੋਲੇ, ਕਹਿਣ ਲੱਗੇ, ਜਪੋ ਨਾਮ ਹੋਏ ਅੰਤ ਸਖਾਈ। ਪਾਤਸ਼ਾਹ ਬਚਨ ਕਰਦੇ ਕਹਿੰਦੇ, ਨਾਮ ਜਪਿਆ ਕਰੋ ਜਿਨੇ ਅੰਤ ਵੇਲੇ ਤੁਹਾਡੀ ਸਹਾਇਤਾ ਕਰਨੀ ਹੈ। ਨਾਮ ਜਪਿਆ ਕਰੋ, ਨਾਮ ਜਪੋ, ਨਾਮ ਧਿਆਵੋ, ਨਾਮ ਅਰਧ ਹੋ, ਜਿਸ ਦੀ ਬਰਕਤ ਨਾਲ ਅੰਤ ਵੇਲੇ ਤੁਹਾਡੀ ਸਹਾਇਤਾ ਹੋਵੇਗੀ। ਜੈ ਕੀ ਚੇਤਨ ਸੱਤਾ ਐਸੇ। ਪਰਮੇਸ਼ਰ ਦੀ ਜਿਹੜੀ ਚੇਤਨ ਸੱਤਾ ਹੈ ਉਹੀ ਸਾਰੇ ਜਗਤ ਵਿੱਚ ਵਿਆਪਕ ਹੈ। ਉਸੇ ਦੇ ਨਾਮ ਦੀ ਚੇਤਨ ਸੱਤਾ ਹੈ ਜਿਹੜੀ ਸਾਰੇ ਸੰਸਾਰ ਦੇ ਜੀਆਂ ਜਨਤਾ ਵਿੱਚ ਵਿਆਪਕ ਹੈ। ਹਾਰ ਪਰੇ ਸਭ ਲਖੇ ਨ ਕੈਸੇ। ਉਹਦੀ ਚੇਤਨ ਸੱਤਾ ਐਸੀ ਵਿਆਪਕ ਹੈ ਕਿ ਉਹਨੂੰ ਜਾਣਨੇ ਵਾਸਤੇ ਬੜੇ ਬੜੇ ਲੋਕ ਹਾਰ ਗਏ, ਪਰ ਉਹਦੀ ਚੇਤਨ ਸੱਤਾ ਦਾ ਅੰਤ ਨਹੀਂ ਪਾ ਸਕੇ। ਸੂਛਮ ਅਤਸ਼ੇ ਗੁਪਤ ਮਹਾਨੀ। ਪਰਮੇਸ਼ਰ ਦੀ ਉਹ ਚੇਤਨਾ ਸੂਛਮ ਤੋਂ ਸੂਛਮ ਹੈ। ਖਾਲਸਾ ਜੀ, ਧਰਤੀ ਸਥੂਲ ਹੈ, ਸਥੂਲ ਧਰਤੀ ਤੋਂ ਸੂਖਮ ਹੈ ਜਲ। ਜਲ ਧਰਤੀ ਨਾਲੋਂ ਸੂਖਮ ਹੈ। ਧਰਤੀ ਕੱਪੜੇ 'ਚ ਟਿਕ ਸਕਦੀ ਹੈ, ਚੁੱਕੇ ਮਿੱਟੀ ਤੁਸੀਂ ਕੱਪੜੇ 'ਚ ਪਾ ਕੇ ਰੱਖ ਸਕਦੇ ਹੋ, ਪਾਣੀ ਦਾ ਨਹੀਂ ਟਿਕ ਸਕਦਾ। ਪਾਣੀ ਧਰਤੀ ਨਾਲੋਂ ਵੱਧ ਸੂਖਮ ਹੈ। ਪਾਣੀ ਤੋਂ ਸੂਖਮ ਹੈ ਅਗਨੀ। ਪਾਣੀ ਨੂੰ ਤੁਸੀਂ ਘੜੇ 'ਚ ਰੱਖ ਸਕਦੇ ਹੋ, ਅੱਗ ਨੂੰ ਨਹੀਂ ਰੱਖ ਸਕਦੇ। ਅੱਗ ਪਾਣੀ ਨਾਲੋਂ ਵੀ ਵੱਧ ਹੈ। ਅਗਨੀ ਨਾਲੋਂ ਸੂਖਮ ਹੈ ਵਾਯੂ। ਅੱਗ ਨੂੰ ਤੁਸੀਂ ਵੇਖ ਸਕਦੇ ਹੋ, ਵਾਯੂ ਨੂੰ ਵੇਖ ਨਹੀਂ ਸਕਦੇ। ਅੱਗ ਨਾਲੋਂ ਕਈ ਗੁਣਾ ਵੱਧ ਹੈ ਤੇ ਸੂਖਮ ਵਾਯੂ ਹੈ। ਹੁਣ ਹਵਾ ਨਾਲੋਂ ਸੂਖਮ, ਹਵਾ ਨੂੰ ਤੁਸੀਂ ਚਮੜੀ ਨਾਲ ਛੂ ਸਕਦੇ ਸਪਰਸ਼ ਕਰਕੇ, ਪਰ ਆ ਜਿਹੜਾ ਆਕਾਸ਼ ਹੈ ਇਹਨੂੰ ਤੁਸੀਂ ਚਮੜੀ ਨਾਲ ਸਪਰਸ਼ ਨਹੀਂ ਕਰ ਸਕਦੇ। ਇਹ ਵਾਯੂ ਨਾਲੋਂ ਵੀ ਅਤੀ ਸੂਖਮ ਹੈ ਔਰ ਆਕਾਸ਼ ਕਈ ਗੁਣਾ ਵੱਧ ਹੈ ਵਾਯੂ ਨਾਲੋਂ। ਇੱਕ ਮੰਡਲ ਐਸਾ ਆਕਾਸ਼ ਦਾ ਜਿੱਥੇ ਹਵਾ ਹੈ ਹੀ ਨਹੀਂ। ਆਕਾਸ਼ ਉਹਦੇ ਨਾਲੋਂ ਵੀ ਵਿਆਪਕ ਔਰ ਸੂਖਮ ਹੈ। ਹੁਣ ਆਕਾਸ਼ ਨੂੰ ਵੀ ਤੁਸੀਂ ਜਾਣ ਸਕਦੇ ਹੋ, ਮਨ ਕਰਕੇ ਮਹਿਸੂਸ ਕਰ ਸਕਦੇ ਹੋ ਵੀ ਆਲੇ ਦੁਆਲੇ ਆਕਾਸ਼ ਹੈ, ਖਾਲੀ ਜਗ੍ਹਾ ਹੈ। ਇਸ ਤੋਂ ਸੂਖਮ ਹੈ ਅਵਿਦਿਆ, ਅਗਿਆਨ। ਉਹ ਇਹਦੇ ਤੋਂ ਵੀ ਵੱਧ ਸੂਖਮ ਹੈ। ਅਗਿਆਨ ਨੂੰ ਤੁਸੀਂ ਮਨ ਕਰਕੇ ਵੀ ਨਹੀਂ ਬੁੱਝ ਸਕਦੇ ਕਿ ਮੈਂ ਗਿਆਨ ਨੂੰ ਜਾਣ ਸਕਦਾ ਹਾਂ, ਇਤਨਾ ਸੂਖਮ ਹੈ। ਅਗਿਆਨ ਤੋਂ ਪਰੇ ਜਦੋਂ ਪਰਦਾ ਗਿਆਨ ਦਾ ਦੂਰ ਹੁੰਦਾ, ਉਹਦੇ ਤੋਂ ਵੀ ਵੱਧ ਸੂਖਮ ਹੈ ਪ੍ਰਮਾਤਮਾ ਦੀ ਚੇਤਨਾ। ਉਹ ਹੋਰ ਸੂਖਮ ਹੈ। ਏਦਾਂ ਸੂਖਮ ਤੇ ਸੂਖਮ ਕਰ ਚੀਨੋ ਬਿਰਦਨ ਬਿਰਦ ਬਤਾਏ। ਸੂਖਮ ਤੋਂ ਸੂਖਮ ਅਕਾਲ ਪੁਰਖ ਦੀ ਚੇਤਨਾ ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ। ਮੁਨ ਜਨ ਸਭੇ ਬੇਅੰਤ ਬਖਾਨੇ। ਮੁਨੀ ਜਨ ਤਪਸਵੀ ਰਿਸ਼ੀ ਸਭ ਕਹਿੰਦੇ ਨੇ, ਹੇ ਪ੍ਰਭੂ ਤੂੰ ਬੇਅੰਤ ਹੈ, ਹੇ ਪ੍ਰਭੂ ਤੂੰ ਬੇਅੰਤ ਹੈ, ਤੇਰੀ ਚੇਤਨਾ ਬੇਅੰਤ ਹੈ। ਜੈ ਸਮਾਨ ਪੁਨ ਪ੍ਰਗਟ ਨ ਕੋ। ਜਿਸ ਦੇ ਵਿੱਚ ਸੂਖਮ ਵੀ ਹੈ ਤੇ ਪ੍ਰਗਟ ਵੀ ਹੈ, ਸਥੂਲ ਵੀ ਹੈ ਨਾ। ਕਹਿੰਦੇ ਜਿਸ ਦੇ ਸਮਾਨ ਕੋਈ ਪ੍ਰਗਟ ਵੀ ਨਹੀਂ ਸੰਸਾਰ ਵਿੱਚ। ਰੂਪ ਅਚਰਜ ਜਾਣੀਏ ਸੋ। ਉਹਦਾ ਰੂਪ ਅਚਰਜ ਹੈ, ਵਿਸਮਾਦਮਈ ਹੈ। ਆਕਾਸ਼ ਉਹਦੇ ਸਿਰ ਹੈ, ਪਤਾਲ ਉਹਦੇ ਪੈਰ ਨੇ, ਧਰਤੀ ਉਹਦਾ ਪ੍ਰਿਸ਼ਟ ਭਾਗ ਹੈ, ਪਹਾੜ ਉਹਦੀਆਂ ਹੱਡੀਆਂ ਨੇ, ਨਦੀਆਂ ਉਹਦੀਆਂ ਨਾੜਾਂ ਨੇ, ਧਵਨੀਆਂ ਨੇ, ਜਿੰਨੇ ਬਨਸਪਤੀ ਆ ਉਹਦੇ ਸਰੀਰ ਦੇ ਰੋਮ ਨੇ।
ਸੂਰਜ ਤੇ ਚੰਦਰਮਾ ਉਹਦੇ ਨੇਤਰ ਨੇ, ਅਗਨੀ ਉਹਦਾ ਮੁੱਖ ਹੈ, ਸਮੁੰਦਰ ਉਹਦਾ ਪੇਟ ਹੈ, ਇਹ ਉਹਦਾ ਵਿਰਾਟ ਰੂਪ ਹੈ ਅਕਾਲ ਪੁਰਖ ਪਰਮੇਸ਼ਰ ਦਾ। ਕਹਿੰਦੇ ਐਸੇ ਵਿਰਾਟ ਸਵਰੂਪ ਨੂੰ ਵੇਖੀਏ ਤੇ ਅਚਰਜ ਹੁੰਦਾ ਹੈ, ਮਨ 'ਚ ਵਿਸਮਾਦ ਹੁੰਦਾ ਹੈ। ਜਿਸ ਬਿਨ ਸਰਬ ਰਖੀਕ ਜਿਆਹੀ। ਕਹਿੰਦੇ ਉਸ ਪਰਮਾਤਮਾ ਦੀ ਚੇਤਨ ਸੱਤਾ ਤੋਂ ਬਿਨਾਂ ਇਹ ਜਿਹੜੀਆਂ ਸਰੀਰ ਦੀਆਂ ਇੰਦਰੀਆਂ ਹਨ, ਚਾਹੇ ਅੱਖਾਂ ਨੇ, ਨਾਸਕਾ ਹੈ, ਹੱਥ ਪੈਰ, ਜਿੰਨੀਆਂ ਵੀ ਇੰਦਰੀਆਂ, ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਹਨ, ਕਿਰਿਆ ਏਕ ਕਰ ਸਕਹੀ ਨਾਈ। ਪਰਮਾਤਮਾ ਦੀ ਚੇਤਨਾ ਤੋਂ ਬਿਨਾਂ ਕੋਈ ਵੀ ਇੰਦਰੀ ਕਿਰਿਆ ਨਹੀਂ ਕਰ ਸਕਦੀ। ਅੱਖਾਂ ਵੇਖਦੀਆਂ ਨੇ ਉਹਦੀ ਚੇਤਨਾ ਕਰਕੇ, ਕੰਨ ਸੁਣਦੇ ਨੇ ਉਹਦੀ ਚੇਤਨਾ ਕਰਕੇ, ਜ਼ੁਬਾਨ ਬੋਲਦੀ ਆ ਉਹਦੀ ਚੇਤਨਾ ਕਰਕੇ। ਉਹਦੀ ਚੇਤਨਾ ਤੋਂ ਬਿਨਾਂ ਇਹ ਇੰਦਰੀਆਂ ਨਿਸ਼ਕਿਰਿਆ ਨੇ, ਕੁਝ ਨਹੀਂ ਕਰ ਸਕਦੀਆਂ। ਗੁਪਤ ਪ੍ਰਗਟ ਅਤ ਸਤਿਆ ਜਾਈ। ਉਹਦੀ ਸੱਤਿਆ ਗੁਪਤ ਵੀ ਹੈ ਔਰ ਉਹਦੀ ਸੱਤਿਆ ਪ੍ਰਗਟ ਰੂਪ ਵਿੱਚ ਵੀ ਵਿਆਪਕ ਹੈ। ਸਮਤਾ ਕੋ ਨ ਸਕੇ ਕਰ ਤਾਈ। ਉਹਦੀ ਬਰਾਬਰੀ ਹੈ ਭਾਈ ਕੋਈ ਨਹੀਂ ਕਰ ਸਕਦਾ, ਉਹਦੀ ਸਮਤਾ ਕੋਈ ਨਹੀਂ ਕਰ ਸਕਦਾ। ਤੈਂ ਕੀ ਸ਼ਰਨ ਪਰੋ ਸੁਖ ਪਾਵੋ। ਇਹ ਭਾਈ ਉਸ ਦੀ ਸ਼ਰਨ ਪਵੋ, ਜਿਹੜਾ ਸਰਬ ਥਾਈਂ ਵਿਆਪਕ ਹੈ, ਉਹਦੀ ਸ਼ਰਨ ਚ ਪਵੋ, ਔਰ ਜਦੋਂ ਉਹਦੀ ਸ਼ਰਨ ਚ ਪਵੋਗੇ ਤਾਂ ਸੁਖ ਪ੍ਰਾਪਤ ਕਰੋਗੇ। ਉਹ ਸੁਖ ਸਾਗਰ ਹੈ, ਉਸ ਸੁਖ ਸਾਗਰ ਦੀ ਸ਼ਰਨ ਵਿੱਚ ਪਵੋ, ਉਹਦੀ ਸ਼ਰਨ ਨੂੰ ਗ੍ਰਹਿਣ ਕਰੋ। ਮਨ ਮਲੀਨਤਾ ਸਰਬ ਮਿਟਾਵੋ। ਔਰ ਆਪਣੇ ਮਨ ਦੀ ਜਿਹੜੀ ਮਲੀਨਤਾਈ ਹੈ, ਮੈਲਾਪਨ ਹੈ, ਇਹਨੂੰ ਨਿਵਾਰੋ, ਇਹਨੂੰ ਦੂਰ ਕਰੋ। ਵਿਸ਼ੇ ਆਨੰਦ ਅਲਪ ਪਹਿਚਾਨੋ। ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰਾਂ ਦਾ ਆਨੰਦ ਹੈ ਨਾ, ਮਹਾਰਾਜ ਜੀ ਕਹਿੰਦੇ ਅਲਪ ਹੈ। ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭੰਨੀਐ। ਇਹ ਸੰਸਾਰ ਦੇ ਜਿਹੜੇ ਵਿਸ਼ੇ ਸੁੱਖ ਨੇ ਵਿਕਾਰਾਂ ਦੇ, ਇਹ ਅਲਪ ਸੁੱਖ ਹੈ, ਥੋੜੇ ਸਮੇਂ ਲਈ ਸੁੱਖ ਦਿੰਦੇ ਹਨ। ਨੀਰ ਕਟੋਰੇ ਕੇ ਸਮ ਮਾਨੋ। ਇਹ ਇਸ ਤਰ੍ਹਾਂ ਸਮਝ ਲਓ ਜਿਵੇਂ ਤੁਸੀਂ ਇੱਕ ਛੋਟੇ ਜਿਹੇ ਕਟੋਰੇ 'ਚ ਪਾਣੀ ਭਰਿਆ, ਤੇ ਕਟੋਰੇ 'ਚ ਧਰਿਆ ਹੋਇਆ ਜਿਹੜਾ ਪਾਣੀ ਹੈ, ਨਸ਼ਟ ਝੂਠ ਸੀਤੇ ਉਸ਼ਨਾਦਿਕ। ਉਹ ਡੁੱਲ ਵੀ ਜਾਂਦਾ, ਖਤਮ ਹੋ ਜਾਂਦਾ, ਉਹ ਛੇਤੀ ਗਰਮ ਵੀ ਹੋ ਜਾਂਦਾ, ਠੰਡਾ ਵੀ ਹੋ ਜਾਂਦਾ। ਥੋੜਾ ਜਿਹਾ ਪਾਣੀ ਹੈ ਨਾ ਕਟੋਰੇ 'ਚ, ਉਹ ਝੂਠਾ ਵੀ ਹੋ ਜਾਂਦਾ। ਕੋਈ ਜਾਨਵਰ ਵੀ ਝੂਠਾ ਕਰ ਸਕਦਾ ਉਹਨੂੰ, ਉਹ ਡੁੱਲ ਵੀ ਜਾਂਦਾ, ਉਹ ਗਰਮ ਵੀ ਹੋ ਜਾਂਦਾ ਪਿਆ ਬਾਹਰ ਧੁੱਪ 'ਚ, ਤੇ ਠੰਡ 'ਚ ਪਿਆ ਠੰਡਾ ਹੋ ਜਾਂਦਾ, ਉਹ ਬਦਲਦਾ ਰਹਿੰਦਾ ਹੈ। ਇਸ ਮੈਂ ਦੁੱਖ ਲਖੋ ਇਤਿਆਦਿਕ। ਤਾਂ ਉਸ ਕਟੋਰੇ ਦੇ ਪਾਣੀ 'ਚ ਦੋਸ਼ ਨੇ ਕਿਤਨੇ ਹੀ ਮਿਲੇ ਹੋਏ। ਬਹੁਰ ਸੁਨੋ ਭਜਨਾਨੰਦ ਜੋ। ਔਰ ਇਸੇ ਤਰ੍ਹਾਂ ਜਿਹੜੇ ਸੰਸਾਰ ਦੇ ਸੁੱਖ ਨੇ ਨਾ, ਉਹ ਇਸੇ ਤਰ੍ਹਾਂ ਕਟੋਰੇ ਦੇ ਪਾਣੀ ਵਾਂਗੂ ਨੇ, ਥੋੜੇ ਜਿੰਨੇ, ਉਹ ਖਤਮ ਹੋ ਜਾਂਦੇ ਆ ਥੋੜੇ ਸਮੇਂ ਦੇ। ਉਸ ਤੋਂ ਬਾਅਦ ਹੈ ਭਜਨਾਨੰਦ। ਇੱਕ ਹੈ ਵਿਸ਼ਿਆਨੰਦ। ਵਿਸ਼ਿਆਨੰਦ ਕਟੋਰੇ ਦੇ ਪਾਣੀ ਵਾਂਗੂ ਹੈ। ਦੂਸਰਾ ਹੈ ਭਜਨਾਨੰਦ, ਜਿਹੜਾ ਪਰਮੇਸ਼ਰ ਦੇ ਭਜਨ ਦਾ ਆਨੰਦ ਲੈਣਾ ਹੈ। ਨਦੀ ਨੀਰ ਲਖੀਏ ਜਿਉ ਸੋ। ਉਹ ਇਸ ਤਰ੍ਹਾਂ ਜਿਵੇਂ ਕਿਸੇ ਨਦੀ ਦਾ ਪਾਣੀ ਹੋਵੇ। ਭਜਨ ਦਾ ਜਿਹੜਾ ਆਨੰਦ ਹੈ ਨਾ, ਉਹ ਚਲਦੀ ਨਦੀ ਤੇ ਚਲਦੇ ਦਰਿਆ ਦੇ ਪਾਣੀ ਵਾਂਗੂ ਸਮਝ ਲਓ। ਬਡਨ ਕਟਨ ਤਾਮੇ ਏ ਹੋਵਤ। ਪਰ ਉਹ ਨਦੀ ਦੇ ਵਿੱਚ ਵੀ ਕਦੇ ਉਹ ਨਦੀ ਦਾ ਪਾਣੀ ਵੱਧ ਜਾਂਦਾ ਤੇ ਕਦੇ ਘਟ ਵੀ ਜਾਂਦਾ। ਨਦੀ ਦਾ ਪਾਣੀ ਇੱਕ ਜਿਹਾ ਤਾਂ ਨਹੀਂ ਰਹਿੰਦਾ, ਪਿੱਛੇ ਮੀਂਹ ਪੈ ਜੇ ਤੇ ਵੱਧ ਜਾਂਦਾ, ਨਾ ਪਵੇ ਤੇ ਘਟ ਜਾਂਦਾ, ਉਹ ਇੱਕੋ ਜਿਹਾ ਨਹੀਂ ਰਹਿੰਦਾ। ਪਾਚਲ ਦੋਖਨ ਕੋ ਸਭ ਖੋਵਤ। ਪਰ ਉਹ ਖਤਮ ਨਹੀਂ ਹੁੰਦਾ। ਜਿਵੇਂ ਕਟੋਰੇ ਦਾ ਪਾਣੀ ਝੂਠਾ ਹੋ ਜਾਂਦਾ ਹੈ, ਖਤਮ ਹੋ ਜਾਂਦਾ, ਥੋੜਾ, ਏਦਾਂ ਨਦੀ ਦੇ ਪਾਣੀ 'ਚ ਉਹ ਦੋਸ਼ ਨਹੀਂ ਹਨ। ਵਿਸ਼ੇ ਆਨੰਦ ਕਟੋਰੇ ਦੇ ਪਾਣੀ ਵਾਂਗੂ ਨੇ, ਜਿਹੜਾ ਪਰਮੇਸ਼ਰ ਦੇ ਭਜਨ ਦਾ ਆਨੰਦ ਆ ਉਹ ਨਦੀ ਦੇ ਪਾਣੀ ਵਾਂਗੂ ਹੈ, ਦਰਿਆ ਦੇ ਪਾਣੀ ਵਾਂਗੂ ਹੈ। ਪੁਨ ਗਿਆਨਾਨੰਦ ਜਾਨੋ ਐਸੇ। ਤੀਜਾ ਹੈ ਗਿਆਨਾਨੰਦ। ਗਿਆਨ ਦੀ ਅਵਸਥਾ 'ਚ, ਜਿਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਆ, ਉੱਥੇ ਜਾ ਕੇ ਸੁਰਤ ਟਿਕ ਜਾਣੀ। ਭਜਨ ਆਨੰਦ ਤੋਂ ਬਾਅਦ ਬ੍ਰਹਮ ਗਿਆਨ ਹੈ ਨਾ। ਜਦੋਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਕੋਈ ਪ੍ਰਾਪਤ ਹੋ ਜਾਂਦਾ, ਉਹ ਇਸ ਤਰ੍ਹਾਂ ਸਮਝ ਲਓ, ਸਾਗਰ ਜਲ ਅਪਾਰ ਹੋਏ ਜੈਸੇ। ਉਹ ਸਮੁੰਦਰ ਦੇ ਪਾਣੀ ਵਾਂਗੂ ਅਪਾਰ ਹੈ, ਉਹ ਨਾ ਘਟਦਾ ਨਾ ਵੱਧਦਾ, ਇੱਕੋ ਜਿਹਾ ਰਹਿੰਦਾ ਹੈ। ਨਦੀ ਦਾ ਪਾਣੀ ਘਟ ਵੀ ਜਾਂਦਾ, ਵੱਧ ਵੀ ਜਾਂਦਾ। ਭਜਨ ਕਦੇ ਵੱਧ ਵੀ ਹੋ ਜਾਂਦਾ, ਕਦੇ ਘਟ ਵੀ ਜਾਂਦਾ। ਅਸੀਂ ਅੱਗੇ ਆਪਸ ਵਿੱਚ ਗੱਲਾਂ ਕਰਦੇ ਹੀ ਆ ਨਾ, ਕਹਿੰਦੇ ਜੀ ਪਹਿਲਾਂ ਚੰਗਾ ਪਾਠ ਪੂਜਾ ਕਰ ਲੈਂਦੇ ਸੀ, ਹੁਣ ਘਟ ਗਿਆ। ਕਹਿੰਦੇ ਜੀ ਪਹਿਲਾਂ ਘਟ ਸੀ, ਹੁਣ ਕਿਰਪਾ, ਘਟਦਾ ਵੱਧਦਾ ਰਹਿੰਦਾ ਨਾ, ਸਦਾ ਤਾਂ ਨਹੀਂ ਇੱਕੋ ਜਿਹਾ ਰਹਿੰਦਾ। ਨਦੀ ਦੇ ਪਾਣੀ ਵਾਂਗੂ ਹੈ। ਪਰ ਜਿਹੜਾ ਬ੍ਰਹਮ ਗਿਆਨ ਦਾ ਆਨੰਦ ਹੈ ਨਾ, ਉਹ ਸਮੁੰਦਰ ਦੇ ਪਾਣੀ ਵਾਂਗੂ ਨਾ ਵੱਧਦਾ ਤੇ ਨਾ ਘਟਦਾ, ਉਹ ਸਦਾ ਇੱਕ ਰਸ ਰਹਿੰਦਾ।
ਉਹ ਬ੍ਰਹਮ ਗਿਆਨ ਦਾ ਆਨੰਦ ਹੈ, ਉਹਨੂੰ ਬ੍ਰਹਮਾਨੰਦ ਕਹਿੰਦੇ ਹਨ। ਦੋਖ ਬਹੀਨ ਸਦਾ ਇੱਕ ਸਾਰਾ, ਉਹਦੇ 'ਚ ਕਦੇ ਕੋਈ ਦੋਖ ਨਹੀਂ ਹੈ, ਉਹ ਸਦਾ ਇੱਕ ਸਾਰ ਰਹਿੰਦਾ ਹੈ। ਜੇ ਪਾਵੇਂ ਤੇ ਤਰੇ ਸੰਸਾਰਾ, ਜਿਹੜੇ ਉਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਨੇ ਉਹ ਇਸ ਸੰਸਾਰ ਤੋਂ ਤਰ ਜਾਂਦੇ ਹਨ। ਤਰਿਓ ਬ੍ਰਹਮ ਗਿਆਨੀ, ਪਾਤਸ਼ਾਹ ਦੇ ਬਚਨ ਰੋਜ਼ ਪੜ੍ਹਦੇ ਆ ਨਾ, ਆਪ ਜੀ ਉਹ ਸੰਸਾਰ ਵਿਕਾਰ ਸੰਸੇ। ਤਰਿਓ ਬ੍ਰਹਮ ਗਿਆਨੀ, ਕੌਣ ਤਰਦਾ? ਜਿਹੜਾ ਬ੍ਰਹਮ ਗਿਆਨੀ ਹੈ ਉਹ ਇਹ ਸੰਸਾਰ ਤੋਂ ਤਰਦਾ ਹੈ। ਜਾਂ ਤੁਮ ਜਪ ਕਰ ਸ਼੍ਰੀ ਰਾਮੋ, ਅੱਜ ਕੱਲ ਕਹਿੰਦੇ ਆ ਬ੍ਰਹਮ ਗਿਆਨੀ ਹੁੰਦੇ ਹੀ ਨਹੀਂ ਜਿਹੜੇ ਤਰਕ ਕਰਨ ਵਾਲੇ ਆ। ਜੇ ਹੁੰਦੇ ਹੀ ਨਹੀਂ ਤੇ ਫਿਰ ਸਤਿਗੁਰੂ ਜੀ ਕਿਵੇਂ ਕਹਿੰਦੇ ਆ ਵੀ ਤਰਦੇ ਆ ਬ੍ਰਹਮ ਗਿਆਨੀ? ਜਾਂ ਗੁਰੂ ਸਾਹਿਬ ਦੀ ਮੰਨੀਏ ਜਾਂ ਫਿਰ ਇਹਨਾਂ ਦੀ ਘਰੜ ਗਿਆਨੀਆਂ ਦੀ ਮੰਨੀਏ। ਗੁਰੂ ਪਾਤਸ਼ਾਹ ਕਹਿੰਦੇ ਆ ਤਰਦੇ ਨੇ ਬ੍ਰਹਮ ਗਿਆਨੀ, ਜਿਹੜੇ ਬ੍ਰਹਮ ਗਿਆਨ ਨੂੰ ਧਾਰਨ ਕਰਨ ਵਾਲੇ ਆ ਉਹ ਤਰਦੇ ਆ। ਇਸ ਕਰਕੇ ਭਾਈ ਸ਼ੰਕੇ ਨਹੀਂ ਕਰਨੇ, ਕਿੰਤੂ ਪਰੰਤੂ ਨਹੀਂ ਕਰਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬ੍ਰਹਮ ਗਿਆਨ ਨੂੰ ਧਾਰਨ ਕਰਦਾ ਉਹ ਇਸ ਸੰਸਾਰ ਤੋਂ ਤਰ ਜਾਂਦਾ। ਇਸ ਕਰਕੇ ਭਜਨ ਕਰਿਆ ਕਰੋ, ਪਰਮੇਸ਼ਰ ਦਾ ਨਾਮ ਜਪਿਆ ਕਰੋ। ਪਾਏ ਗਿਆਨ ਪਹੁੰਚੇ ਸੁਖ ਧਾਮੋ, ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ ਔਰ ਤੁਸੀਂ ਸੁਖ ਧਾਮ ਨੂੰ ਪ੍ਰਾਪਤ ਹੋਵੋਗੇ। ਇਹ ਤਨ ਕਰਮ ਤਰੋਵਰ ਜਾਨੋ, ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਸਮਝ ਲਓ ਵੀ ਆਹ ਜਿਹੜਾ ਸਰੀਰ ਹੈ ਨਾ, ਇਹ ਕਰਮਾਂ ਦਾ ਦਰਖਤ ਹੈ। ਕਰਮ ਤਰੋਵਰ, ਜਿਹੜੇ ਕੀਤੇ ਕਰਮ ਨੇ ਉਹਦਾ ਇਹ ਦਰਖਤ ਬਣਿਆ ਹੈ। ਹੋਏ ਅਰੋਗਤਾ ਸਾਖਾ ਮਾਨੋ, ਜਿਹੜੀ ਇਸ ਸਰੀਰ ਨੂੰ ਤੰਦਰੁਸਤੀ ਮਿਲੀ ਹੈ ਉਹ ਮੰਨ ਲਓ ਇਸ ਦਰਖਤ ਦੀਆਂ ਟਾਹਣੀਆਂ ਨੇ। ਇਹ ਸਰੀਰ ਕਰਮਾਂ ਦਾ ਮਿਲਿਆ ਨਾ, ਕਰਮਾਂ ਦਾ ਇਹ ਬਣਿਆ ਸਰੀਰ ਦਰਖਤ ਹੈ। ਔਰ ਦਰਖਤ ਨੂੰ ਟਹਿਣੀਆਂ ਵੀ ਹੁੰਦੀਆਂ ਨੇ। ਟਹਿਣੀਆਂ ਕਿਹੜੀਆਂ ਨੇ? ਜਿਹੜੀ ਤੰਦਰੁਸਤੀ ਆ, ਅਰੋਗਤਾਈ। ਕਹਿੰਦੇ ਇਹ ਇਸ ਦਰਖਤ ਦੀਆਂ ਟਾਹਣੀਆਂ ਹਨ। ਜਲ ਸਿੰਚਨ ਕਰਨੋ ਧਰਮ ਹੀ ਕਾ, ਹੁਣ ਧਰਮ ਰੱਖਣਾ, ਧਰਮੀ ਬਣਨਾ, ਅੰਮ੍ਰਿਤ ਵੇਲੇ ਉੱਠਣਾ, ਧਰਮ ਕਰਮ ਚ ਪ੍ਰਵਿਰਤ ਹੋਣਾ, ਉਹ ਇਸ ਦਰਖਤ ਨੂੰ ਪਾਣੀ ਲਾਉਣ ਦੇ ਤੁੱਲ ਹੈ, ਸਿੰਚਣ ਦੇ ਤੁੱਲ ਹੈ। ਉਹ ਇਸ ਦਰਖਤ ਨੂੰ ਸਿੰਚਣ ਦੇ ਤੁੱਲ ਹੈ। ਸਿਮਰਨ ਨਾਮ ਪੁਸ਼ਪ ਪਾਨੀ ਕਾ, ਜਦੋਂ ਨਾਮ ਸਿਮਰਨਾ ਵਾਹਿਗੁਰੂ 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 ਕਹਿੰਦੇ ਉਹ ਇਸ ਦਰਖਤ ਨੂੰ ਫੁੱਲ ਲੱਗਣੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਹ ਇਸ ਸਰੀਰ ਰੂਪੀ ਦਰਖਤ ਨੂੰ ਫੁੱਲ ਲੱਗਣੇ ਆ ਜਦੋਂ ਤੁਸੀਂ ਸਿਮਰਨ ਕਰਨਾ, ਭਜਨ ਕਰਨਾ। ਉਹ ਕੀਤਾ ਹੋਇਆ ਭਜਨ ਇਸ ਸਰੀਰ ਤੇ ਲੱਗੇ ਹੋਏ ਫੁੱਲਾਂ ਦੇ ਸਮਾਨ ਹੈ। ਭਇਓ ਗਿਆਨ ਫਲ ਲਾਗਿਓ ਰੂਰਾ, ਫੁੱਲ ਜਿਹੜੇ ਨੇ ਉਹ ਫਲ ਵੀ ਬਣਦਾ ਨਾ, ਫੁੱਲਾਂ ਦਾ ਹੀ ਫਲ ਬਣਦਾ। ਕਹਿੰਦੇ ਜਦੋਂ ਗਿਆਨ ਹੋ ਗਿਆ, ਕਹਿੰਦੇ ਫਿਰ ਸਮਝ ਲਓ ਵੀ ਫਲ ਲੱਗ ਗਿਆ ਤੇ ਉਹ ਫਲ ਤੁਹਾਨੂੰ ਪ੍ਰਾਪਤ ਹੋ ਗਿਆ। ਕੈਸਾ ਸੁੰਦਰ ਪ੍ਰਮਾਣ, ਦ੍ਰਿਸ਼ਟਾਂਤ ਵੇਖੋ। ਇਹ ਸਰੀਰ ਕਰਮਾਂ ਦਾ ਦਰਖਤ ਹੈ ਔਰ ਅਰੋਗਤਾਈ ਜਿਹੜੀ ਹੈ, ਤੰਦਰੁਸਤੀ ਮਿਲੀ ਹੋਈ ਆ। ਸਾਡੇ ਬੈਠੇ ਆ ਤੰਦਰੁਸਤਾਂ ਤਦ ਹੀ ਬੈਠੇ ਆ, ਗੁਰੂ ਸਾਹਿਬ ਨੇ ਅਰੋਗਤਾਈ ਦਿੱਤੀ ਹੈ। ਇਹ ਜਿਹੜੀ ਤੰਦਰੁਸਤੀ ਇਹ ਟਾਹਣੀਆਂ ਨੇ ਇਸ ਦਰਖਤ ਦੀਆਂ। ਔਰ ਜਿਹੜਾ ਧਰਮੀ ਕੰਮ ਕਰ ਰਹੇ ਹੋ, ਕਥਾ ਸੁਣ ਰਹੇ ਹੋ, ਕੀਰਤਨ ਸੁਣਦੇ ਹੋ, ਇਹ ਇਸ ਨੂੰ ਜਲ ਸਿੰਚਣ ਦੇ ਤੁੱਲ ਹੈ। ਔਰ ਜਿਹੜਾ ਰੱਬ ਰੱਬ ਕਰਨਾ, ਵਾਹਿਗੁਰੂ ਵਾਹਿਗੁਰੂ, ਇਹ ਫੁੱਲ ਨੇ। ਔਰ ਇਹਨਾਂ ਫੁੱਲਾਂ ਤੋਂ ਬਾਅਦ ਭਜਨ ਕਰਦਿਆਂ ਕਰਦਿਆਂ ਇਹ ਫੁੱਲਾਂ ਨੇ ਹੀ ਫਲ ਬਣਨਾ। ਉਹ ਫਲ ਹੋਣਾ ਗਿਆਨ ਦਾ। ਕਹਿੰਦੇ ਉਹ ਗਿਆਨ ਰੂਪੀ ਫਲ ਲੱਗਣਾ ਹੈ। ਮਗਨ ਆਨੰਦ ਰਿਓ ਰਸ ਪੂਰਾ, ਕਹਿੰਦੇ ਜਦੋਂ ਉਹ ਫਲ ਖਾਧਾ ਗਿਆਨ ਦਾ, ਫਿਰ ਉਸ ਗਿਆਨਾਨੰਦ ਦੇ ਰਸ ਵਿੱਚ ਮਗਨ ਹੋ ਗਿਆ, ਇੱਕ ਮਿਕ ਹੋ ਗਿਆ। ਅਸ ਵਿਚਾਰ ਮਨ ਤਜੋ ਵਿਕਾਰਾ, ਇਸ ਕਰਕੇ ਵਿਚਾਰ ਕਰਕੇ ਤੁਸੀਂ ਇਹ ਵਿਕਾਰ ਭੋਗਣੇ ਛੱਡੋ, ਕਿਉਂਕਿ ਇਹ ਲੋਕ ਵਿਕਾਰੀ ਸੀ ਜਿਹੜੇ ਇੱਥੇ ਰਹਿੰਦੇ ਸੀ। ਮਹਾਰਾਜ ਜੀ ਕਹਿੰਦੇ ਵਿਸ਼ੇ ਵਿਕਾਰ ਨੇ, ਇਹਨਾਂ ਵਿਕਾਰਾਂ ਦੇ ਭੋਗਾਂ ਦਾ ਸੁੱਖ ਤਿਆਗ ਕੇ ਇਸ ਆਤਮ ਆਨੰਦ ਨੂੰ ਮਾਣ ਨਾ ਕਰੋ। ਸਿਮਰੋ ਸਦਾ ਨਾਮ ਕਰਤਾਰਾ, ਔਰ ਸਦਾ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਇਹ ਉਪਦੇਸ਼ ਦੀਨ ਤਿਨ ਤਾਈ, ਇਹ ਪਵਿੱਤਰ ਪਾਵਨ ਉਪਦੇਸ਼ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹਨਾਂ ਸੰਸਾਰ ਦੇ ਸਮਸਤ ਪ੍ਰਾਣੀਆਂ ਨੂੰ, ਕੱਲਾ ਉਹਨਾਂ ਨੂੰ ਨਹੀਂ ਦਿੱਤਾ, ਸਾਨੂੰ ਸਾਰਿਆਂ ਨੂੰ ਇਹ ਪਾਵਨ ਉਪਦੇਸ਼ ਦੇ ਕੇ ਨਿਵਾਜਦੇ ਹਨ। ਕਿਤਕ ਦਿਵਸ ਰਹਿ ਕਰ ਜਗ ਸਾਈ, ਜਗਤ ਦੇ ਸਾਈਂ, ਜਗਤ ਦੇ ਮਾਲਕ, ਕੁਝ ਦਿਨ
ਇਸ ਦੀਪ ਤੇ ਸ਼ਾਖ ਦੀਪ ਤੇ ਪਾਤਸ਼ਾਹ ਜੀ ਰਹੇ ਹਨ। ਬੋਰੋ ਕੀਨ ਗਮਨ ਆਗਾਰੀ। ਔਰ ਫਿਰ ਗਰੀਬ ਨਵਾਜ ਜੀ ਨੇ ਇੱਥੋਂ ਅੱਗੇ ਨੂੰ ਗਮਨ ਕੀਤਾ, ਚਾਲਾ ਮਾਰਿਆ। ਧਰਾ ਦੀਪ ਕੀ ਉਲੰਘੇ ਸਾਰੀ। ਇਸ ਸ਼ਾਖ ਦੀਪ ਦੀ ਜਿਹੜੀ ਧਰਾ ਹੈ ਸਾਰੀ ਪਾਤਸ਼ਾਹ ਜੀ ਲੰਘੇ ਹਨ। 32 ਜੋਜਨ ਥੋ ਵਿਸਤਾਰਾ। 32 ਜੋਜਨ ਤੱਕ ਇਹਦਾ ਵਿਸਥਾਰ ਸੀ, ਇਤਨਾ ਵਿਸ਼ਾਲ ਦੀਪ ਹੈ। ਮਦ ਸਾਗਰ ਕੋ ਆਏ ਕਰਾਰਾ। ਔਰ ਕਹਿੰਦੇ ਫਿਰ ਅੱਗੇ ਮੱਧ ਸਾਗਰ ਆਇਆ ਹੈ। ਮੱਧ ਸਮੁੰਦਰ ਜਿਹੜਾ ਵਿਚਕਾਰਲਾ ਮਧੂ ਭਾਗ ਸਮੁੰਦਰ ਦਾ ਕਿਹਾ ਜਾਂਦਾ ਉਹ ਆਇਆ ਹੈ। ਦੀਪ ਸਮਾਨ ਹੁਤੋ ਪਰਮਾਨਾ। ਜਿੰਨਾ ਵੱਡਾ ਦੀਪ ਹੈ ਸ਼ਾਖ ਦੀਪ ਓਨਾ ਹੀ ਵੱਡਾ ਇਹ ਸਮੁੰਦਰ ਹੈ। ਪਾਰ ਗਏ ਤੇ ਕਿਰਪਾ ਨਿਦਾਨਾ। ਸ਼ਾਖ ਦੇ ਫੋਰ ਚ ਉਸ ਸਮੁੰਦਰ ਨੂੰ ਪਾਰ ਕਰਕੇ ਚਲੇ ਗਏ। ਆਵਾ ਪੁਸ਼ਕਰ ਦੀਪ ਆਗਾਰੀ। ਅੱਗੇ ਇੱਕ ਦੀਪ ਆਇਆ, ਇਸ ਦੀਪ ਦਾ ਨਾਮ ਹੈ ਪੁਸ਼ਕਰ ਦੀਪ। ਇੱਕ ਪੁਸ਼ਕਰ ਤੀਰਥ ਹੈ ਖਾਲਸਾ ਜੀ ਇਧਰ ਰਾਜਸਥਾਨ ਦੇ ਵਿੱਚ। ਉੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਨੇ, ਕਲਗੀਧਰ ਜੀ ਨੇ ਵੀ ਚਰਨ ਪਾਏ ਨੇ। ਸੱਚਖੰਡ ਸ੍ਰੀ ਹਜੂਰ ਸਾਹਿਬ ਜਾਂਦੇ ਆ। ਪੁਸ਼ਕਰ ਬੜਾ ਵੱਡਾ ਤੀਰਥ ਹੈ, ਇੱਕੋ ਇੱਕ ਤੀਰਥ ਹੈ। ਬ੍ਰਹਮਾ ਜੀ ਦਾ ਪੂਰੇ ਸੰਸਾਰ ਭਰ ਵਿੱਚ ਇੱਕੋ ਮੰਦਿਰ ਹੈ ਔਰ ਉਹ ਮੰਦਿਰ ਕੇਵਲ ਪੁਸ਼ਕਰ ਦੇ ਵਿੱਚ ਹੈ। ਬ੍ਰਹਮਾ ਜੀ ਦਾ ਮੰਦਿਰ ਹੈ, ਵੱਡਾ ਤੀਰਥ ਕਿਹਾ ਜਾਂਦਾ ਹੈ। ਉੱਥੇ ਵੀ ਸਤਿਗੁਰਾਂ ਨੇ ਚਰਨ ਪਾਏ ਨੇ। ਇੱਥੇ ਜਿਸ ਪੁਸ਼ਕਰ ਦੀ ਗੱਲ ਆ ਰਹੀ ਹੈ, ਦੀਪ ਕਰਕੇ ਨਾ ਜਨਮ ਸਾਖੀ ਵਿੱਚ ਆਇਆ ਹੈ ਕਿ ਸਤਿਗੁਰੂ ਜੀ ਪੁਸ਼ਕਰ ਦੀਪ ਤੇ ਗਏ ਹਨ। ਪਹੁੰਚੇ ਤੇ ਕੇ ਜਾਏ ਅਗਾਰੀ। ਪਾਤਸ਼ਾਹ ਇਸ ਨਗਰ ਦੇ ਵਿੱਚ ਜਦੋਂ ਆਏ ਦੀਪ ਦੇ ਵਿੱਚ, ਰੁਜਰ ਬਿਲੋਕ ਨਗਰ ਤੇ ਮਾਈ। ਬੜਾ ਸੋਹਣਾ ਨਗਰ ਮਹਾਰਾਜ ਜੀ ਨੇ ਵੇਖਿਆ। ਸਤ ਨਾਮ ਉਪਦੇਸ਼ ਤਾਹੀ। ਇੱਥੇ ਵੀ ਸਤਿਗੁਰਾਂ ਨੇ ਸੱਚੇ ਨਾਮ ਦੇ ਜਾਪ ਜਪਣ ਦਾ ਉਪਦੇਸ਼ ਇਹਨਾਂ ਨੂੰ ਬਖਸ਼ਿਆ। ਕਰਨੀ ਸੰਤਨ ਸੇਵ ਸਿਖਾਈ। ਆਖਿਆ ਭਾਈ ਆਏ ਗਏ ਮਹਾਂਪੁਰਸ਼ਾਂ ਸੰਤਾਂ ਦੀ ਸੇਵਾ ਟਹਿਲ ਕਰਿਆ ਕਰੋ, ਸੰਤ ਜਨਾਂ ਦੀ ਸੰਗਤ ਕਰਿਆ ਕਰੋ, ਸੇਵਾ ਕਰਿਆ ਕਰੋ। ਪਾਓ ਭਗਤ ਅਭਿਰਾਮ ਦ੍ਰਿੜਾਈ। ਪ੍ਰੇਮਾ ਭਗਤੀ ਸਤਿਗੁਰੂ ਜੀ ਨੇ ਦ੍ਰਿੜ ਕਰਵਾਈ ਨਾ ਲੋਕਾਂ ਨੂੰ। ਤੈਂ ਤੇ ਚੱਲ ਪਹੁੰਚੇ ਪ੍ਰਭ ਤੇਵਾ। ਪਾਤਸ਼ਾਹ ਹੁਣ ਇੱਥੋਂ ਅੱਗੇ ਵਧੇ ਹਨ। ਉਤੋਂ ਸਪਤੋਂ ਸਾਗਰ ਜੇਵਾ। ਜਿੱਥੇ ਸਤਵਾਂ ਸਮੁੰਦਰ ਹੈ, ਤਟ ਪਰ ਠਾਂਡੇ ਕਿਰਪਾ ਨਿਦਾਨਾ। ਸਤਵੇਂ ਸਮੁੰਦਰ ਦੇ ਕੰਢੇ ਤੇ ਕਿਰਪਾ ਨਿਧਾਨ ਜੀ ਪਹੁੰਚੇ ਹਨ। ਮਰਦਾਨੀ ਕੋ ਬਚਨ ਬਖਾਨਾ। ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਸੁਣ, ਇਹੀ ਸਪਤਮੋ ਦੀਪ ਜਨੀਜੈ। ਆ ਸਤਵਾਂ ਦੀਪ ਹੈ ਮਰਦਾਨਿਆਂ। 6 ਦੀਪ ਪਿੱਛੇ ਮਹਾਰਾਜ ਜੀ ਜਾ ਆਏ ਹਨ। ਸ਼ਾਲਮਲੀ ਦੀਪ ਤੇ, ਸ਼ਾਖ ਦੀਪ ਤੇ, ਪੁਸ਼ਕਰ ਦੀਪ ਤੇ। ਇਸੇ ਤਰ੍ਹਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਹੁਣ ਜਿਹੜੇ ਦੀਪ ਤੇ ਆਏ ਸਤਵਾਂ ਦੀਪ ਦੱਸਦੇ ਹਨ। 64 ਲੱਖ ਜੋਜਨ ਲੱਖ ਲੀਜੈ। ਮਹਾਰਾਜ ਜੀ ਕਹਿੰਦੇ 64 ਲੱਖ ਜੋਜਨ ਤੱਕ ਇਸ ਸਤਵੇਂ ਦੀਪ ਦਾ ਵਿਸਥਾਰ ਹੈ ਮਰਦਾਨਿਆਂ। ਇਸ ਸਮਾਨ ਇਹ ਸਾਗਰ ਜਾਨੋ। ਇਹਦੇ ਬਰਾਬਰ ਹੀ ਇਹ ਸਮੁੰਦਰ ਹੈ, ਇਤਨੇ ਵਿਸ਼ਾਲ ਰੂਪ ਵਾਲਾ। ਮਿਸ਼ਟ ਨੀਰ ਕੋ ਸਰਬ ਪਛਾਨੋ। ਮਰਦਾਨਿਆਂ ਇਸ ਸਮੁੰਦਰ ਦੇ ਪਾਣੀ ਦੀ ਖਾਸੀਅਤ ਹੈ ਕਿ ਇਹਦਾ ਪਾਣੀ ਇੱਥੇ ਮਿੱਠਾ ਹੈ, ਇਹ ਮਿਠਾਸ ਵਾਲਾ ਪਾਣੀ ਹੈ। ਸੁਣ ਕੇ ਪ੍ਰਸ਼ਨ ਕੀਨ ਮਰਦਾਨੀ। ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਇਸ ਤੇ ਪਰਾ ਕਿਆ ਕਰੋ ਬਖਾਨੀ। ਮਹਾਰਾਜ ਇਹ 7 ਦੀਪ ਆਪ ਜੀ ਨੇ ਵਿਖਾ ਦਿੱਤੇ, ਇਸ ਤੋਂ ਪਰੇ ਹੋਰ ਕੀ ਆ ਉਹ ਵੀ ਦੱਸ ਦਿਓ। ਰਹੇ ਕੌਣ ਕੈਸੀ ਹੈ ਧਰਨੀ। ਮਹਾਰਾਜ ਇਸ ਤੋਂ ਪਰੇ ਕੌਣ ਹੈ ਤੇ ਕਿਹੋ ਜੀ ਧਰਤੀ ਹੈ। ਪਹੁੰਚੇ ਤਾਂ ਕੌਣ ਕਰ ਕਰਨੀ। ਤੇ ਉੱਥੇ ਕਿਹੜੀ ਕਰਨੀ ਕਰਕੇ ਪਹੁੰਚਦੇ ਹਨ। ਅੰਤਰਜਾਮੀ ਗਿਰਾ ਉਚਾਰੀ। ਮਹਾਰਾਜ ਜੀ ਬੋਲੇ, ਕਹਿਣ ਲੱਗੇ ਅੰਤਰਜਾਮੀ ਸਤਿਗੁਰੂ, ਸੁਰ ਨਰ ਦਾਨਵ ਕੋ ਨਾ ਅਗਾਰੀ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇੱਥੋਂ ਅੱਗੇ ਜਦ ਕੋਈ ਸੁਰ ਨਹੀਂ, ਦੇਵਤਾ ਨਰ ਦਾਨਵ ਕੋਈ ਨਹੀਂ। ਕੰਚਨ ਕੀ ਚਿਤ ਕੇਤਕ ਜਾਨਾ। ਅੱਗੇ ਸੋਨੇ ਦੀ ਧਰਤੀ ਦੱਸੀ ਜਾਂਦੀ ਹੈ। ਕਹਿੰਦੇ ਪਰੇ ਪਹਾੜ ਮਹਾਨ। ਉਸ ਤੋਂ ਪਰੇ ਪਹਾੜ ਹਨ। ਲੋਕਾ ਲੋਕ ਨਾਮ ਹੈ ਜਾਂ ਕੋ। ਲੋਕਾ ਲੋਕ ਕਹਿੰਦੇ ਹਨ। 7 ਦੀਪਾਂ ਤੋਂ ਪਰੇ ਜਿਹੜੀ ਇਹ ਜਗ੍ਹਾ ਦੱਸੀ ਜਾਂਦੀ ਹੈ, ਮਹਾਰਾਜ ਜੀ ਕਹਿੰਦੇ ਨੂੰ ਲੋਕਾ ਲੋਕ ਦੱਸਦੇ ਹਨ। ਬਹੁ ਵਿਸਤਾਰ ਜਾਣੀਏ ਤਾਂ। ਔਰ ਇਹ ਜਿਹੜਾ ਲੋਕਾ ਲੋਕ ਹੈ ਇਹਦਾ ਬੜਾ ਵੱਡਾ ਵਿਸਥਾਰ ਹੈ ਮਰਦਾਨਿਆਂ, ਅੰਤ ਕੋਈ ਨਹੀਂ ਪਰਮੇਸ਼ਰ ਦੇ ਬਣਾਏ ਇਸ ਪਸਾਰੇ ਦਾ। ਜੋ ਫੇਰੇ ਦੀਪਨ ਕੇ ਸੋ। ਇਹ ਚਾਰੇ ਪਾਸੇ ਦੀਪਾਂ ਦੇ ਵਸਦਾ ਹੈ ਲੋਕਾ ਲੋਕ। ਇਸ ਤੇ ਪਰੇ ਨ ਅਵਨੀ ਕੋ। ਤੇ ਉਸ ਤੋਂ ਪਰੇ ਧਰਤੀ, ਇਸ ਧਰਤੀ ਹੋਰ ਪਰਾ ਹੋਰ ਦੀ ਖੇਡ ਹੈ।
ਪਰ ਇੱਥੇ ਜੇ ਤੂੰ ਕਵੇਂ ਜਿੱਥੇ ਤੂੰ ਹੁਣ ਪੁੱਛਦਾ ਹੈ, ਇਸ ਤੋਂ ਪਰੇ ਧਰਤੀ ਨਹੀਂ ਹੈ, ਪਰ ਇਸ ਬ੍ਰਹਿਮੰਡ ਤੋਂ ਪਰੇ ਹੋਰ ਕਈ ਬ੍ਰਹਿਮੰਡ ਨੇ ਜਿੱਥੇ ਹੋਰ ਕਈ ਧਰਤੀਆਂ ਨੇ। ਜਿੱਥੇ ਹੁਣ ਤੂੰ ਖੜਾ ਪੁੱਛਦਾ ਹੈ, ਇੱਥੋਂ ਪਰੇ ਲੋਕਾ ਲੋਕ ਹੈ, ਸੋਨੇ ਦੀ ਧਰਤੀ ਦੱਸੀ ਜਾਂਦੀ ਹੈ, ਪਹਾੜ ਨੇ। ਏਦਾਂ ਦੀ ਧਰਤੀ ਨਹੀਂ ਹੈ ਮੈਦਾਨੀ ਜਿਵੇਂ ਤੂੰ ਵੇਖਦਾ ਹੈ। ਇਸ ਤੇ ਉਰੇ ਪ੍ਰਕਾਸ਼ੇ ਸਾਰੇ। ਆ ਜਿਹੜਾ ਚੰਦਰਮਾ ਤੇ ਸੂਰਜ ਹੈ, ਇਹਨਾਂ ਦਾ ਪ੍ਰਕਾਸ਼ ਇੱਧਰ ਇੱਧਰ ਹੀ ਹੈ। ਇਹ ਸੂਰਜ, ਕਿਉਂਕਿ ਹੁਣ ਜਿਹੜੀ ਗੱਲ ਹੋ ਰਹੀ ਹੈ, ਸੂਰਜ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ, ਜਿਹੜੀ ਇਹ ਧਰਤੀ ਤੇ ਪਹੁੰਚ ਰਹੀ ਹੈ, ਉਸ ਤੋਂ ਪਰੇ ਦੀ ਬਾਤ ਹੋ ਰਹੀ ਹੈ। ਮਾਰਤੰਡ ਸਾਗਰ ਸੁਤ ਤਾਰੇ। ਮਹਾਰਾਜ ਜੀ ਕਹਿੰਦੇ ਮਾਰਤੰਡ ਸੂਰਜ ਤਾਰੇ ਆਦਿਕ ਪਰੇ ਨਾ ਕੋ ਹੋਏ ਪ੍ਰਕਾਸ਼ਾ। ਇਸ ਤੋਂ ਪਰੇ ਉਹਨਾਂ ਦਾ ਪ੍ਰਕਾਸ਼ ਨਹੀਂ ਹੈ। ਗਾਡੋ ਬਡੋ ਅੰਧੇਰੋ ਰਾਸਾ। ਅੱਗੇ ਮਰਦਾਨੇ ਅੰਧਕਾਰ ਹੀ ਅੰਧਕਾਰ ਹੈ, ਗਾਢਾ ਹਨੇਰਾ ਹੈ। ਦੋਹਰਾ ਜੇ ਦਵਾਦਸ਼ ਸੂਰਜ ਚੜੇ ਸਰਬ ਸ਼ਾਮ ਹੋਏ ਜਾਏ। ਜਿਹੜੀ ਜਗ੍ਹਾ ਦੀ ਗੱਲ ਮਰਦਾਨੇ ਅਸੀਂ ਕਰ ਰਹੇ ਹਾਂ ਤੇਰੇ ਪਾਸ, ਉੱਥੇ ਜੇ ਇਹੋ ਜੇ 12 ਸੂਰਜ ਵੀ ਚੜ ਜਾਣ ਤੇ ਉਹ ਵੀ ਕਾਲੇ ਪੈ ਜਾਣ ਤਾਂ ਵੀ ਉਹਨਾਂ ਦੀ ਰੋਸ਼ਨੀ ਨਹੀਂ ਹੁੰਦੀ, ਇੰਨਾ ਗਾੜਾ ਹਨੇਰਾ। ਇਹੋ ਜੀ ਅੱਗੇ ਪ੍ਰਕਿਰਤੀ ਹੈ। ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦਾ ਬ੍ਰਹਿਮੰਡ ਬਣਾਇਆ ਹੋਇਆ ਹੈ ਕਿ ਇਹੋ ਜੇ ਸੂਰਜਾਂ ਦੇ 12 ਸੂਰਜ ਵੀ ਉੱਥੇ ਚੜ ਜਾਣ ਤੇ ਵੀ ਕਾਲੇ ਪ੍ਰਤੀਤ ਹੋਣ, ਉੱਥੇ ਇਹਨਾਂ ਦੀ ਰੋਸ਼ਨੀ ਨਾ ਹੋਵੇ। ਅਬ ਚੱਲ ਜੰਬੂ ਦੀਪ ਕੋ ਧਾਰ ਧਰਤ ਪੁਨੀਤ ਸੁਹਾਏ। ਚੱਲ ਮਰਦਾਨਿਆ ਹੁਣ ਤੈਨੂੰ ਜੰਬੂ ਦੀਪ ਤੇ ਲੈ ਕੇ ਚੱਲੀਏ, ਜਿਹੜਾ ਇਹਨਾਂ 7 ਦੀਪਾਂ ਚੋਂ ਸਭ ਤੋਂ ਉੱਤਮ ਦੀਪ ਕਿਹਾ ਜਾਂਦਾ ਹੈ। ਜਿਵੇਂ 9 ਖੰਡਾਂ 'ਚ ਭਾਰਤ ਖੰਡ ਉੱਤਮ ਹੈ, ਮਹਾਰਾਜ ਜੀ ਕਹਿੰਦੇ ਏਦਾਂ 7 ਦੀਪਾਂ ਵਿੱਚੋਂ ਜਿਹੜਾ ਸਭ ਤੋਂ ਉੱਤਮ ਦੀਪ ਹੈ ਜੰਬੂ ਦੀਪ। ਚੱਲ ਮਰਦਾਨਿਆ ਹੁਣ ਤੈਨੂੰ ਉੱਥੇ ਲੈ ਕੇ ਚੱਲੀਏ। ਜੋ ਪਈ ਅਸ ਕੈ ਸ਼੍ਰੀ ਗੁਰ ਲੀਨੀ ਉਡਾਰੀ। ਇਦਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 7 ਕਰਤਾਰ ਕਿਹਾ, ਉਡਾਰੀ ਲਈ। ਜੰਬੂ ਆਵਨ ਇੱਛਾ ਤਾਰੀ। ਔਰ ਜੰਬੂ ਦੀਪ ਤੇ ਜਾਣ ਦੀ ਇੱਛਾ ਕੀਤੀ। ਮਨ ਚਿਤਵਨ ਜਿਉ ਤਹਾਂ ਸਿਦਾਏ। ਜਿੰਨਾ ਚਿਰ ਚ ਮਨ ਚ ਸੋਚਿਆ ਵੀ ਜੰਬੂ ਦੀਪ ਜਾਣਾ, ਬਸ ਇਹ ਸੋਚਿਆ ਹੀ, ਉਹਨੇ ਚਿਰ ਚ ਮਹਾਰਾਜ ਜੀ ਉੱਥੇ ਪਹੁੰਚ ਵੀ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨੇ ਚਿਰ ਲਈ ਬਸ ਚਿਤਵਨੀ ਕੀਤੀ ਵੀ ਜਾਣਾ, ਪਹੁੰਚ ਵੀ ਗਏ। ਇਤਨਾ ਸਮਾਂ ਲੱਗਾ, ਤਦੇ ਤੇ ਅੱਜ ਤੱਕ ਵੀ ਉਹ ਧਰਤੀਆਂ ਦੀ ਭਾਲ ਅਸੀਂ ਨਹੀਂ ਕਰ ਸਕੇ ਜਿੱਥੇ ਜਿੱਥੇ ਮੇਰੇ ਸਾਹਿਬ ਗਏ। ਉੱਥੇ ਤੱਕ ਗਮਯਤਾ ਹੀ ਨਹੀਂ ਹੈ। ਜੈ ਕਹਿ ਸੰਗਤ ਇਨ ਕੀ ਹੇਰੀ। ਪੀਰ ਕਹਿੰਦਾ ਸੀ ਬਗਦਾਦ ਵਾਲਾ, ਕਹਿੰਦਾ ਲੱਖਾਂ ਪਤਾਲ ਲੱਖਾਂ ਆਕਾਸ਼ ਵੇਖੇ, ਜਿੱਥੇ ਜਾਂਦੇ ਉਹਨਾਂ ਦੇ ਸਿੱਖ ਸੀ, ਇਹਨਾਂ ਦੇ ਨਿਸ਼ਾਨ ਝੂਲਦੇ ਸੀ। ਹੈਰਾਨੀ ਸੀ, ਇਹਨਾਂ ਦੀ ਪੂਜਾ ਹਰ ਜਗ੍ਹਾ ਤੇ ਹੁੰਦੀ ਸੀ। ਕਿਉਂ ਨਾ ਹੋਵੇ, ਸਾਰੇ ਬ੍ਰਹਿਮੰਡ ਦੇ ਮਾਲਕ ਜੋ ਠਹਿਰੇ ਗੁਰੂ ਨਾਨਕ ਸਾਹਿਬ, ਸੁਆਮੀ ਜੋ ਠਹਿਰੇ। ਪਾਤਸ਼ਾਹ ਜੀ ਕਹਿੰਦੇ ਜਦੋਂ ਇੰਨਾ ਕੀ ਫੁਰਨਾ ਕੀਤਾ ਤੇ ਜੰਬੂ ਦੀਪ ਆ ਪਹੁੰਚੇ। ਸਰਬ ਦੀਪ ਤਜ ਕਰ ਸੋ ਆਏ। ਸਾਰੇ ਦੀਪਾਂ ਨੂੰ ਛੱਡ ਕੇ ਮਹਾਰਾਜ ਜੀ ਜੰਬੂ ਦੀਪ ਪਹੁੰਚੇ ਨੇ। ਇੱਥੋਂ ਦੇ ਪ੍ਰਾਣੀਆਂ ਨੂੰ ਮੁਕਤ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਿੱਧਾਂ ਨਾਲ ਗੋਸ਼ਟੀ ਹੋ ਰਹੀ ਹੈ, ਸਿੱਧਾਂ ਨਾਲ ਵਿਚਾਰ ਹੋ ਰਹੀ ਹੈ। ਉਹ ਪਾਵਨ ਪ੍ਰਸੰਗ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਵਾਹਿਗੁਰੂ 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 ਵਾਹਿਗੁਰੂ